ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਨੈਕਸਟ ਚੈਪਟਰ ਹੈ ਚੈਪਟਰ 2 ਫ੍ਰਿਕਸ਼ਨ। ਫਸਟ ਚੈਪਟਰ ਸੀਗਾ ਆਪਣਾ ਫੋਰਸ। ਹੁਣ ਫੋਰਸ ਆਪਾਂ ਪੜ੍ਹ ਕੇ ਆਂਦਾ ਏ ਕਿ ਉਹ ਕੀ ਹੁੰਦਾ ਹੈ, ਪੁਸ਼ ਔਰ ਪੁੱਲ ਜਿਹੜਾ ਆਪਾਂ ਕਿਸੇ ਵੀ ਬੋਡੀ ਦੇ ਉੱਪਰ ਅਪਲਾਈ ਕਰਦੇ ਹਾਂ। ਹੁਣ ਫ੍ਰਿਕਸ਼ਨ ਕੀ ਆ, ਪੰਜਾਬੀ ਦੇ ਵਿੱਚ ਇਹਨੂੰ ਆਪਾਂ ਕਹਿੰਦੇ ਆ ਰਗੜ। ਕਿ ਰਗੜ ਦੇ ਕਾਰਨ ਹੀ, ਫ੍ਰਿਕਸ਼ਨ ਦੇ ਕਾਰਨ ਹੀ ਆਪਾਂ ਤੁਰ ਸਕਦੇ ਹਾਂ, ਲਿਖ ਸਕਦੇ ਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ। ਸਿਰਫ ਕਿਹਦੇ ਕਰਕੇ ਪੋਸੀਬਲ ਨਹੀਂ ਫ੍ਰਿਕਸ਼ਨ, ਕਿ ਜਿਹੜੇ ਕੰਮ ਆਪਾਂ ਕਰ ਰਹੇ ਹਾਂ। ਜੇ ਫ੍ਰਿਕਸ਼ਨ ਨਾ ਹੁੰਦਾ ਤਾਂ ਆਪਾਂ ਤੁਰ ਵੀ ਨਹੀਂ ਸੀ ਸਕਦੇ, ਨਾ ਆਪਾਂ ਲਿਖ ਸਕਦੇ ਸੀਗੇ। ਜਿਹੜੀਆਂ ਆਪਣੀਆਂ ਵਹੀਕਲਸ ਨੇ, ਗੱਡੀਆਂ ਨੇ, ਉਹਨਾਂ ਦੇ ਜਿਹੜੇ ਟਾਇਰ ਨੇ ਅਤੇ ਰੋਡ ਆਪਣਾ ਬਣਿਆ ਹੋਇਆ ਕੰਕਰੀਟ ਦਾ, ਸੜਕ ਬਣੀ ਹੋਈ ਆ, ਉਹਨਾਂ ਦੇ ਵਿਚਕਾਰ ਵੀ ਕੀ ਆ, ਫ੍ਰਿਕਸ਼ਨ ਆ, ਰਗੜ ਆ, ਤਾਂ ਹੀ ਉਹ ਮੂਵ ਕਰ ਸਕਦੀਆਂ ਨੇ। ਹੁਣ ਇਹ ਫ੍ਰਿਕਸ਼ਨ ਹੁੰਦਾ ਕੀ ਆ, ਜੇ ਹੁਣ ਆਪਾਂ ਕੋਈ ਵੀ ਬੋਡੀ ਦੇਖਦੇ ਹਾਂ, ਉਹਨੂੰ ਕਿਸੇ ਵੀ ਇੱਕ ਹੌਰੀਜ਼ੋਂਟਲ ਸਰਫੇਸ ਦੇ ਉੱਪਰ ਰੱਖ ਰਹੀ ਹੈ, ਮਤਲਬ ਕਿਸੇ ਟੇਬਲ ਦੇ ਉੱਪਰ ਆਪਾਂ ਕੋਈ ਬੋਡੀ ਰੱਖ ਦਿੱਤੀ ਆ, ਤਾਂ ਉਹਨੇ ਆਪਣੇ ਆਪ ਮੂਵ ਨਹੀਂ ਕਰਨਾ, ਉਹ ਉੱਥੇ ਹੀ ਪਈ ਰਹੂਗੀ। ਤਾਂ ਹੁਣ ਆਪਣੇ ਕੋਲ ਕੀ ਆ, ਜੇ ਆਪਾਂ ਥੋੜ੍ਹਾ ਜਿਹਾ ਫੋਰਸ ਉਹਦੇ ਉੱਪਰ ਅਪਲਾਈ ਕਰਦੇ ਹਾਂ ਤਾਂ ਉਹ ਮੂਵ ਨਹੀਂ ਕਰ ਸਕਦੀ। ਤਾਂ ਉਹ ਕੀ ਦੱਸਦਾ ਆਪਾਂ ਨੂੰ ਉੱਥੇ, ਕੀ ਆਪਾਂ ਨੂੰ ਪਤਾ ਲੱਗਿਆ ਕਿ ਜੇ ਆਪਾਂ ਘੱਟ ਅਮਾਊਂਟ ਦਾ ਫੋਰਸ ਅਪਲਾਈ ਕੀਤਾ ਸੀਗਾ ਉਸ ਬੋਡੀ ਦੇ ਉੱਪਰ, ਤਾਂ ਉਹਦੇ ਉੱਪਰ ਇੱਕ ਹੋਰ ਫੋਰਸ ਵੀ ਐਕਟ ਕਰਦਾ ਹੈ, ਜਿਹੜਾ ਅਪਲਾਈਡ ਫੋਰਸ। ਕਿ ਜੇ ਆਪਣੇ ਕੋਲ ਇਸ ਤਰ੍ਹਾਂ ਕੋਈ ਟੇਬਲ ਆ, ਉਹਦੇ ਉੱਪਰ ਕੋਈ ਆਪਾਂ ਬਾਕਸ ਰੱਖਿਆ ਹੋਇਆ, ਬਾਕਸ ਦੇ ਉੱਪਰ ਫੋਰਸ ਆਪਾਂ ਇਸ ਡਾਇਰੈਕਸ਼ਨ ਦੇ ਵਿੱਚ ਲਗਾਉਣਾ ਸ਼ੁਰੂ ਕਰ ਰਹੇ ਹਾਂ। ਪਹਿਲਾਂ ਆਪਾਂ ਕੀ ਕਿਹਾ ਕਿ ਘੱਟ ਅਮਾਊਂਟ ਦਾ ਫੋਰਸ ਲਗਾਇਆ ਤਾਂ ਬੋਡੀ ਨੇ ਮੂਵ ਨਹੀਂ ਕੀਤਾ, ਤਾਂ ਉਹਦੇ ਵਿੱਚੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਕਿ ਉੱਥੇ ਇੱਕ ਹੋਰ ਫੋਰਸ ਐਕਟ ਕਰ ਰਿਹਾ ਸੀਗਾ, ਜਿਹੜਾ ਇਹ ਤਾਂ ਹੋ ਗਿਆ ਆਪਣੇ ਕੋਲ ਅਪਲਾਈਡ ਫੋਰਸ, ਜਿਹੜਾ ਆਪਾਂ ਬਾਹਰੋਂ ਲਾ ਰਹੇ ਹਾਂ। ਇਹਦੇ ਤੋਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਇੱਕ ਹੋਰ ਫੋਰਸ ਉੱਥੇ ਐਕਟ ਕਰ ਰਿਹਾ ਹੈ, ਅਤੇ ਜਿਹੜਾ ਉਹਦੇ ਮੋਸ਼ਨ ਨੂੰ ਅਪੋਜ਼ ਕਰਦਾ, ਉਹਨੂੰ ਅੱਗੇ ਵਧਣ ਤੋਂ ਰੋਕਦਾ ਹੈ। ਹੁਣ ਜਿਹੜਾ ਇੱਦਾਂ ਦਾ ਅਪੋਜ਼ਿੰਗ ਫੋਰਸ ਆ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਲੱਗਦਾ ਹੈ, ਇਹ ਆਪਣੇ ਕੋਲ ਕੀ ਆ, ਸਟੈਟਿਕ ਫ੍ਰਿਕਸ਼ਨ। ਜੇ ਇਸ ਤਰ੍ਹਾਂ ਤੋਂ ਬਾਅਦ ਆਪਾਂ ਜਿਹੜਾ ਫੋਰਸ ਅਪਲਾਈ ਕਰ ਰਹੇ ਸੀਗੇ ਬੋਡੀ ਦੇ ਉੱਪਰ, ਉਹਨੂੰ ਆਪਾਂ ਲਗਾਤਾਰ ਵਧਾਈ ਜਾਈਏ, ਤਾਂ ਇੱਕ ਇੱਦਾਂ ਦੀ ਸਟੇਜ ਆ ਜੂਗੀ ਕਿ ਇਸ ਬੋਡੀ ਨੇ ਮੂਵ ਕਰਨਾ ਸ਼ੁਰੂ ਕਰ ਦੇਣਾ, ਇਹ ਮੋਸ਼ਨ ਦੇ ਵਿੱਚ ਸੈੱਟ ਹੋ ਜੂਗੀ। ਅਤੇ ਜੇ ਇਸ ਤਰ੍ਹਾਂ ਮੋਸ਼ਨ ਦੇ ਵਿੱਚ ਸੈੱਟ ਹੋਣ ਤੋਂ ਬਾਅਦ ਆਪਾਂ ਐਕਸਲਰੇਸ਼ਨ ਦੀ ਵੈਲਿਊ ਨੂੰ ਫਾਈਂਡ ਕਰੀਏ, ਤਾਂ ਆਪਾਂ ਕੀ ਫਾਊਂਡ ਕਰਦੇ ਹਾਂ ਕਿ ਜਿਹੜੀ ਐਕਸਲਰੇਸ਼ਨ ਪ੍ਰੋਡਿਊਸ ਹੋ ਰਹੀ ਹੈ ਇਸ ਬੋਡੀ ਦੇ ਅੰਦਰ, ਉਹਦੀ ਵੈਲਿਊ ਘੱਟ ਆਊਗੀ। ਕਿਹਦੇ ਨਾਲੋਂ ਘੱਟ ਆਊਗੀ? ਜਿੰਨੀ ਵੈਲਿਊ ਆਪਾਂ ਨੂੰ ਨਿਊਟਨ ਦੇ ਸੈਕਿੰਡ ਲਾਅ ਤੋਂ ਮਿਲੀ ਸੀ। ਨਿਊਟਨ ਦਾ ਸੈਕਿੰਡ ਲਾਅ ਆਪਣੇ ਕੋਲ ਕੀ ਸੀਗਾ, F = ma। ਤਾਂ A ਦੀ ਵੈਲਿਊ ਕਿੰਨੀ ਆ ਗਈ, F/ma। ਤਾਂ ਇੱਕ ਵੈਲਿਊ ਤਾਂ ਐਕਸਲਰੇਸ਼ਨ ਦੀ ਇੱਥੋਂ ਆ ਜਾਊਗੀ। ਇੱਕ ਵੈਲਿਊ ਆਪਾਂ ਕਿਹੜੀ ਕਹੀ ਆ ਕਿ ਜਦੋਂ ਬਾਡੀ ਮੋਸ਼ਨ ਦੇ ਵਿੱਚ ਸੈੱਟ ਹੋ ਗਈ ਤਾਂ ਉਹਨੇ ਐਕਸਲਰੇਸ਼ਨ ਪੋਜੈਸ ਕੀਤੀ। ਤਾਂ ਇਸ ਤਰ੍ਹਾਂ ਐਕਸਲਰੇਸ਼ਨ ਦੀ ਵੈਲਿਊ ਘੱਟ ਜਾਣੀ ਆ, ਕਿਹਦੇ ਨਾਲੋਂ ਘਟੂਗੀ, ਜਿਹੜੀ ਨਿਊਟਨ ਦੇ ਸੈਕਿੰਡ ਲਾਅ ਤੋਂ ਆਪਾਂ ਕੈਲਕੂਲੇਟ ਕੀਤੀ ਆ। ਤਾਂ ਇਹਦੇ ਤੋਂ ਆਪਾਂ ਨੂੰ ਕੀ ਰਿਜ਼ਲਟ ਮਿਲਦਾ ਹੈ ਕਿ ਕੁਛ ਇੱਦਾਂ ਦਾ ਫੋਰਸ ਜਿਹੜਾ ਬਾਡੀ ਦੇ ਮੋਸ਼ਨ ਨੂੰ ਅਪੋਜ਼ ਕਰਦਾ, ਉਹਨੂੰ ਅੱਗੇ ਵਧਣ ਤੋਂ ਰੋਕਦਾ ਹੈ। ਤਾਂ ਇਸ ਅਪੋਜ਼ਿੰਗ ਫੋਰਸ ਨੂੰ ਫਿਰ ਆਪਾਂ ਕੀ ਨਾਮ ਦੇਵਾਂਗੇ, ਸਲਾਈਡਿੰਗ ਔਰ ਕਾਈਨੈਟਿਕ ਫ੍ਰਿਕਸ਼ਨ। ਤਾਂ ਇਸ ਡਿਸਕਸ਼ਨ ਤੋਂ ਆਪਣੇ ਕੋਲ ਹੁਣ ਇੱਕ ਰਿਜ਼ਲਟ ਆ ਜਾਏਗਾ, ਇੱਕ ਡੈਫੀਨੇਸ਼ਨ ਆ ਗਈ ਆ, ਉਹਨੂੰ ਤੁਸੀਂ ਡਿਫਾਈਨ ਕਰਨਾ ਪ੍ਰੋਪਰਲੀ ਕਿ ਫ੍ਰਿਕਸ਼ਨ ਕੀ ਆ। ਆਪਣੇ ਕੋਲ ਇੱਕ ਅਪੋਜ਼ਿੰਗ ਫੋਰਸ ਆ, ਆਪੋਜ਼ਿਟ ਨੇਚਰ ਦਾ ਫੋਰਸ ਆ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕਰਦਾ ਹੈ। ਕਦੋਂ ਗਰੋ ਕਰਨਾ ਸ਼ੁਰੂ ਕਰਦਾ, ਕਦੋਂ ਸੈਟਅਪ ਹੁੰਦਾ ਹੈ, ਜਦੋਂ ਦੋ ਸਰਫੇਸ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਹੋਣਗੇ। ਕੰਟੈਕਟ ਦੇ ਵਿੱਚ ਨੇ ਜਦੋਂ ਦੋਨੋਂ ਸਰਫੇਸ, ਤਾਂ ਉਹ ਇੱਕ ਦੂਜੇ ਦੇ ਉੱਪਰ ਕੀ ਆ, ਇੱਕ ਬਾਡੀ, ਜਿਵੇਂ ਆਪਾਂ ਇੱਥੇ ਬਾਡੀ ਲਈ ਸੀ ਟੇਬਲ ਦੇ ਉੱਪਰ, ਤਾਂ ਇਸ ਬਾਡੀ ਨੇ ਟੇਬਲ ਦੇ ਉੱਪਰ ਸਲਾਈਡ ਕਰਨਾ ਸ਼ੁਰੂ ਕਰਨਾ ਜਾਂ ਰੋਲ ਕਰਨਾ ਸ਼ੁਰੂ ਕਰ ਦੂਗੇ, ਜਾਂ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ, ਉਹ ਆਪਣੇ ਕੋਲ ਕੀ ਹੁੰਦਾ, ਫ੍ਰਿਕਸ਼ਨ। ਫ੍ਰਿਕਸ਼ਨ ਇਜ਼ ਦੀ ਅਪੋਜ਼ਿੰਗ ਫੋਰਸ ਦੈਟ ਇਜ਼ ਸੈਟਅਪ। ਕਿ ਫ੍ਰਿਕਸ਼ਨ ਇੱਕ ਇੱਦਾਂ ਦਾ ਆਪੋਜ਼ਿਟ ਨੇਚਰ ਦਾ ਫੋਰਸ ਆ ਜਿਹੜਾ ਕਦੋਂ ਬਣਦਾ ਹੈ, ਕਦੋਂ ਸੈਟਅਪ ਹੁੰਦਾ ਹੈ ਬਿਟਵੀਨ ਦੀ ਸਰਫੇਸਿਸ ਆਫ ਕੰਟੈਕਟ, ਕਿ ਜਦੋਂ ਦੋਨੋਂ ਸਰਫੇਸ ਇੱਕ ਦੂਜੇ ਦੇ ਨਾਲ ਕੰਟੈਕਟ ਦੇ ਵਿੱਚ ਹੋਣਗੇ। ਵੈਨ ਆ ਬਾਡੀ ਸਲਾਈਡਸ ਔਰ ਰੋਲਸ ਔਰ ਟੈਂਡਸ ਟੂ ਡੂ ਸੋ, ਜਦੋਂ ਇੱਕ ਬਾਡੀ ਸਲਾਈਡ ਕਰਨਾ ਸ਼ੁਰੂ ਕਰਦੀ ਹੈ, ਮਤਲਬ ਆਪਾਂ ਇਹਨੂੰ ਧੱਕਾ ਲਗਾਉਣਾ ਸ਼ੁਰੂ ਕੀਤਾ, ਤਾਂ ਇਸ ਤਰ੍ਹਾਂ ਸਲਾਈਡ ਕਰਕੇ ਜਾਊਗੀ, ਜਾਂ ਉਹ ਰੋਲ ਕਰਨ ਲੱਗ ਸਕਦੀ ਹੈ, ਜਾਂ ਟੈਂਡਸ ਮਤਲਬ ਕੋਸ਼ਿਸ਼, ਕਿ ਇੱਦਾਂ ਕਰਨ ਦੀ ਕੋਸ਼ਿਸ਼ ਕਰਦੀ ਆ ਦੂਜੇ ਸਰਫੇਸ ਦੀ, ਜਿਹੜਾ ਆਪਾਂ ਨੂੰ ਬਾਡੀ ਦਿੱਤੀ ਹੋਈ ਸੀ ਦੂਜੀ ਬਾਡੀ ਦੇ ਸਰਫੇਸ ਦੇ ਉੱਪਰ। ਇੱਥੇ ਆਪਣੇ ਕੋਲ ਸੀਗਾ ਸਟੈਟਿਕ ਫ੍ਰਿਕਸ਼ਨ, ਕਿ ਉਹਨੇ ਬਾਡੀ ਨੇ ਮੂਵ ਕਰਨਾ ਸ਼ੁਰੂ ਨਹੀਂ ਸੀ ਕੀਤਾ, ਬਟ ਜਦੋਂ ਐਕਸਲਰੇਸ਼ਨ ਆ ਜਾਊਗੀ ਤਾਂ ਉਹ ਮੋਸ਼ਨ ਦੇ ਵਿੱਚ ਸੈੱਟ ਹੋਈ ਹੋਈ ਆ ਬਾਡੀ। ਜੇ ਬਾਡੀ ਮੋਸ਼ਨ ਦੇ ਵਿੱਚ ਆ ਰਹੀ ਆ ਤਾਂ ਹੀ ਉਹਦੀ ਵੈਲੋਸਿਟੀ ਦੇ ਵਿੱਚ ਚੇਂਜ ਹੋਊਗਾ, ਵੈਲੋਸਿਟੀ ਦੇ ਵਿੱਚ ਚੇਂਜ ਹੋਊਗਾ ਤਾਂ ਹੀ ਉਹਨੇ ਐਕਸਲਰੇਸ਼ਨ ਪੋਜੈਸ ਕਰਨੀ ਆ। ਇਸੇ ਕਰਕੇ ਆਪਾਂ ਇੱਥੇ ਫ੍ਰਿਕਸ਼ਨ ਜਿਹੜਾ ਆਪਾਂ ਸੈਕਿੰਡ ਟਾਈਪ ਦੀ ਗੱਲ ਕੀਤੀ ਆ, ਉਹ ਕਿਹੜਾ ਹੈ, ਸਲਾਈਡਿੰਗ ਔਰ ਕਾਈਨੈਟਿਕ ਫ੍ਰਿਕਸ਼ਨ। ਨੈਕਸਟ ਹੁਣ ਆਪਣੇ ਕੋਲ ਜੇ ਸੋਲਿਡਸ ਦੀ ਗੱਲ ਕਰਦੇ ਆਪਾਂ, ਤਾਂ ਉੱਥੇ ਨੇਮ ਦਿੰਦੇ ਆਪਾਂ ਇਸ ਆਪੋਜ਼ਿਟ ਨੇਚਰ ਦਾ ਫੋਰਸ ਆ ਜਿਹੜਾ ਐਕਟ ਕਰਦਾ, ਫ੍ਰਿਕਸ਼ਨ। ਬਟ ਜੇ ਆਪਾਂ ਲਿਕੁਇਡਸ ਤੇ ਗੈਸਿਸ ਦੀ ਗੱਲ ਕਰਦੇ ਹਾਂ, ਉੱਥੇ ਇਸ ਫ੍ਰਿਕਸ਼ਨ ਨੂੰ ਆਪਾਂ ਨਾਮ ਦਿੰਦੇ ਆ ਵਿਸਕੋਸਿਟੀ। ਜਿਹੜਾ ਫ੍ਰਿਕਸ਼ਨ ਆਪਣੇ ਕੋਲ ਇਹ ਇਨਰਸ਼ੀਆ ਦੇ ਨਾਲੋਂ ਡਿਫਰੈਂਟ ਆ। ਇਨਰਸ਼ੀਆ ਆਪਾਂ ਨੂੰ ਕੀ ਡਿਨੋਟ ਕਰਦਾ ਸੀ, ਕੀ ਦੱਸਦਾ ਸੀਗਾ ਕਿ ਬਾਡੀ ਆਪਣੀ ਉਸੇ ਸਟੇਟ ਦੇ ਵਿੱਚ, ਰੈਸਟ ਦੇ ਵਿੱਚ ਜਾਂ ਯੂਨੀਫਾਰਮ ਮੋਸ਼ਨ ਦੇ ਵਿੱਚ ਉੱਥੇ ਹੀ ਰਹੂਗੀ,
ਜਿੰਨਾ ਟਾਈਮ ਆਪਾਂ ਉਹਦੇ ਉੱਪਰ ਐਕਸਟਰਨਲ ਫੋਰਸ ਅਪਲਾਈ ਨਹੀਂ ਕਰਦੇ। ਜੇ ਆਪਾਂ ਥੋੜ੍ਹਾ ਵੀ ਐਕਸਟਰਨਲ ਫੋਰਸ ਅਪਲਾਈ ਕਰ ਦਿੰਦੇ ਆ ਤਾਂ ਉਹ ਕੀ ਕਰਦਾ ਸੀਗਾ, ਉਸ ਬਾਡੀ ਦੇ ਮੋਸ਼ਨ ਦੇ ਵਿੱਚ ਕੀ ਆ ਚੇਂਜ ਕਰ ਦਿੰਦਾ ਹੈ, ਐਕਸਲਰੇਸ਼ਨ ਪ੍ਰੋਡਿਊਸ ਕਰਵਾ ਦਿੰਦਾ ਹੈ। ਪਰ ਜਿਹੜਾ ਟਰਮ ਆਪਣੇ ਕੋਲ ਫ੍ਰਿਕਸ਼ਨ ਆ, ਰਗੜ ਆ, ਇਹ ਕੀ ਦੱਸਦਾ ਕਿ ਇਹ ਇੱਕ ਆਪੋਜ਼ਿਟ ਨੇਚਰ ਦਾ ਫੋਰਸ ਆ ਜਿਹੜਾ ਕਦੋਂ ਐਕਟ ਕਰਦਾ ਹੈ, ਜਦੋਂ ਇੱਕ ਬਾਡੀ ਦੂਜੇ ਸਰਫੇਸ ਦੀ ਬਾਡੀ ਦੇ ਉੱਪਰ ਮੂਵ ਕਰਨਾ ਸ਼ੁਰੂ ਕਰ ਦਿੰਦੀ ਆ ਜਾਂ ਮੂਵ ਕਰਨ ਦੀ ਕੋਸ਼ਿਸ਼ ਕਰਦੀ ਹੈ। ਨੈਕਸਟ ਹੈ ਓਰੀਜਨ ਆਫ ਫ੍ਰਿਕਸ਼ਨ, ਕਿ ਇਹਨਾਂ ਦਾ ਓਰੀਜਨ ਕੀ ਆ, ਕਿੱਥੋਂ ਸ਼ੁਰੂ ਹੋਇਆ, ਆਪਾਂ ਨੂੰ ਕਿਵੇਂ ਸਮਝਦੇ, ਕੀ ਕਾਰਨ ਆ। ਹੁਣ ਇਸ ਡਾਇਗਰਾਮ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਕ ਆਪਣੇ ਕੋਲ ਜਿਹੜੀ ਬਾਡੀ ਦਿੱਤੀ ਹੋਈ ਆ, ਹੁਣ ਇਹ ਬਾਡੀ ਹੋ ਗਈ ਆਪਣੇ ਕੋਲ। ਇਸ ਬਾਡੀ ਨੂੰ ਆਪਾਂ A ਨੂੰ B ਦੇ ਉੱਪਰ ਮੂਵ ਕਰਵਾਉਣਾ ਚਾਹੁੰਦੇ ਆ। ਜਦੋਂ ਆਪਾਂ A ਨੂੰ B ਦੇ ਉੱਪਰ ਮੂਵ ਕਰਵਾਉਣਾ ਸ਼ੁਰੂ ਕਰ ਦਿੰਦੇ ਆ ਤਾਂ ਓਲਡ ਵਿਊ ਕੀ ਸੀ, ਕਿ ਪੁਰਾਣੇ ਟਾਈਮ ਦੇ ਵਿੱਚ ਇਹਦਾ ਕੀ ਰੀਜ਼ਨ ਸੀ, ਕੀ ਥਾਟ ਸੀਗੇ ਇਹਨਾਂ ਦੇ, ਕਿ ਦੋਨੋਂ ਬਾਡੀਜ਼ ਦੇ ਵਿੱਚ ਪ੍ਰੋਜੈਕਸ਼ਨ ਤੇ ਡਿਪਰੈਸ਼ਨਸ ਹੁੰਦੀਆਂ ਨੇ। ਹੁਣ B ਬਾਡੀ ਦੇ ਵਿੱਚ ਦੇਖੋ ਇਸ ਤਰ੍ਹਾਂ ਸਰਫੇਸ ਕਿਆ ਜਿਹੜਾ ਉੱਪਰ ਵੱਲ ਨੂੰ ਉੱਠਿਆ ਹੋਇਆ, ਇਹ ਸਾਰੀਆਂ ਕੀ ਨੇ, ਪ੍ਰੋਜੈਕਸ਼ਨਸ। ਜਿਹੜੀਆਂ ਡਾਊਨਵਰਡ ਨੇ, ਥੱਲੇ ਵਾਲੀਆਂ ਨੇ, ਇਹ ਕੀ ਨੇ ਆਪਣੇ ਕੋਲ ਹੋ ਜਾਣਗੀਆਂ ਡਿਪਰੈਸ਼ਨ, ਕਿ ਥੱਲੇ ਵੱਲ ਨੂੰ ਧੱਸਿਆ ਹੋਇਆ ਹੈ। ਹੁਣ ਜਦੋਂ ਇਸ ਬਾਡੀ ਦੇ ਉੱਪਰ ਆਪਾਂ ਫੋਰਸ ਲਗਾਉਂਦੇ ਆ ਤਾਂ ਇਸ ਬਾਡੀ ਦੇ ਵਿੱਚ ਵੀ ਪ੍ਰੋਜੈਕਸ਼ਨ ਤੇ ਡਿਪਰੈਸ਼ਨਸ ਨੇ। ਫਸਟ ਟਾਈਮ ਹੁਣ ਆਪਾਂ ਜਦੋਂ ਬਾਡੀ ਨੂੰ ਮੂਵ ਕਰਵਾਉਣਾ ਸ਼ੁਰੂ ਕਰਦੇ ਹਾਂ ਕਿ ਆਪਾਂ ਇਨੀਸ਼ੀਅਲੀ ਫੋਰਸ ਨੂੰ ਅਪਲਾਈ ਕਰਨਾ ਸ਼ੁਰੂ ਕੀਤਾ। ਜਦੋਂ ਫੋਰਸ ਨੂੰ ਅਪਲਾਈ ਕਰਨਾ ਆਪਾਂ ਸ਼ੁਰੂ ਕਰਦੇ ਹਾਂ ਤਾਂ ਜਿਹੜੀ A ਬਾਡੀ ਦੀਆਂ ਤੇ B ਬਾਡੀ ਦੀਆਂ ਪ੍ਰੋਜੈਕਸ਼ਨ ਤੇ ਡਿਪਰੈਸ਼ਨ ਸੀਗੀਆਂ ਉਹ ਆਪਸ ਦੇ ਵਿੱਚ ਕਿ ਇੰਟਰਲੌਕ ਹੋ ਜਾਂਦੀਆਂ। ਹੁਣ ਜਿਵੇਂ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ ਕਿ ਆਹ ਵਾਲੀ ਕੀ ਹੈ, ਇਹਦੀ ਡਿਪਰੈਸ਼ਨ, B ਦੇ ਲਈ ਆਹ ਵਾਲੀ ਕੀ ਆ ਆਪਣੇ ਕੋਲ ਪ੍ਰੋਜੈਕਸ਼ਨ, ਕਿਉਂਕਿ ਇਹ ਉੱਪਰ ਵੱਲ ਨੂੰ ਉੱਚਾ ਉੱਠਿਆ ਹੋਇਆ। ਦੋਨਾਂ ਨੇ ਇੱਕ ਦੂਜੇ ਦੇ ਵਿੱਚ ਫਿੱਟ ਹੋ ਜਾਣਾ, ਇੰਟਰਲੌਕ ਹੋ ਜਾਣਾ। ਇਸੇ ਤਰ੍ਹਾਂ ਆਹ ਸਾਰੀਆਂ ਜਿਹੜੀਆਂ ਵੀ ਆਪਣੇ ਕੋਲੇ ਪ੍ਰੋਜੈਕਸ਼ਨ ਤੇ ਡਿਪਰੈਸ਼ਨ ਦਿੱਤੀਆਂ ਹੋਈਆਂ ਨੇ ਉਹ ਇੱਕ ਦੂਜੇ ਨਾਲ ਇੰਟਰਲੌਕ ਹੋ ਜਾਂਦੀਆਂ। ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਫੋਰਸ ਲਗਾਇਆ ਤਾਂ ਇਹਨਾਂ ਇੰਟਰਲੌਕਿੰਗਸ ਨੂੰ ਤੋੜਨਾ ਔਖਾ ਸੀਗਾ, ਇਸੇ ਕਰਕੇ ਬਾਡੀ ਨੇ ਮੂਵ ਨਹੀਂ ਕੀਤਾ। ਬਟ ਜਦੋਂ ਆਪਾਂ ਫੋਰਸ ਦੀ ਵੈਲਿਊ ਨੂੰ ਵਧਾਈ ਜਾਂਦੇ ਆ, ਮੂਵ ਕਰਵਾਉਣਾ ਸ਼ੁਰੂ ਕਰਵਾਉਂਦੇ ਆ, ਤਾਂ ਇੱਕ ਟਾਈਮ ਦੇ ਉੱਪਰ ਜਾ ਕੇ ਇਹ ਪ੍ਰੋਜੈਕਸ਼ਨ ਤੇ ਡਿਪਰੈਸ਼ਨਸ ਆਪਸ ਦੇ ਵਿੱਚੋਂ ਜਿਹੜੀ ਇੰਟਰਲੌਕਿੰਗ ਹੋਈ ਸੀਗੀ ਉਹ ਖਤਮ ਹੋਣੀ ਸ਼ੁਰੂ ਹੋ ਜਾਂਦੀਆਂ। ਜਦੋਂ ਉਹ ਇੰਟਰਲੌਕਿੰਗ ਟੁੱਟ ਜੂਗੀ ਤਾਂ ਇਹ ਬਾਡੀ ਨੇ B ਦੇ ਉੱਪਰ ਮੂਵ ਕਰਨਾ ਸ਼ੁਰੂ ਕਰ ਦੇਣਾ। ਜਿਹੜੀਆਂ ਆਪਾਂ ਦੋਨੋਂ ਬਾਡੀਜ਼ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਸਰਫੇਸ ਆਪਾਂ ਨੂੰ ਕੀ ਜਿਹੜੇ ਸਮੂਥ ਲੱਗ ਰਹੇ ਨੇ, ਉਹਨਾਂ ਦੇ ਵਿਚਕਾਰ ਇਰਰੈਗੂਲੈਰਿਟੀਜ਼ ਹੁੰਦੀਆਂ ਨੇ। ਉਹ ਇਰਰੈਗੂਲੈਰਿਟੀਜ਼ ਕਿਹੜੀਆਂ ਨੇ ਆਪਣੇ ਕੋਲੇ, ਪ੍ਰੋਜੈਕਸ਼ਨਸ ਐਂਡ ਡਿਪਰੈਸ਼ਨਸ ਦੀ ਫਾਰਮ ਦੇ ਵਿੱਚ, ਜਿਹਨੂੰ ਆਪਾਂ ਸਿਰਫ ਮਾਈਕਰੋਸਕੋਪ ਦੇ ਨਾਲ ਹੀ ਦੇਖ ਸਕਦੇ ਹਾਂ। ਤਾਂ ਕੂਲਮ ਨੇ ਆਪਾਂ ਨੂੰ ਕੀ ਦੱਸਿਆ ਸੀਗਾ ਕਿ ਜਦੋਂ ਆਪਾਂ ਕਿਸੇ ਵੀ ਬਾਡੀ ਨੂੰ A ਨੂੰ B ਦੇ ਉੱਪਰ ਮੂਵ ਕਰਵਾਉਣਾ ਸ਼ੁਰੂ ਕਰਦੇ ਹਾਂ ਤਾਂ ਜਿਹੜੀਆਂ ਪ੍ਰੋਜੈਕਸ਼ਨਸ ਨੇ ਦੋਨੋਂ ਬਾਡੀਜ਼ ਦੇ ਉਹ ਆਪਸ ਦੇ ਵਿੱਚ ਇੰਟਰਲੌਕ ਹੋ ਗਈਆਂ। ਤੇ ਜਦੋਂ A ਬਾਡੀ ਨੂੰ ਆਪਾਂ ਪੁਸ਼ ਕਰਨਾ ਸ਼ੁਰੂ ਕੀਤਾ ਤਾਂ ਜਿਹੜੀਆਂ ਆਪਣੇ ਕੋਲ A ਬਾਡੀ ਦੇ ਵਿੱਚ ਪ੍ਰੋਜੈਕਸ਼ਨ ਸੀਗੀਆਂ ਉਹਨਾਂ ਨੇ ਕੀ ਕਰਨਾ, ਥੋੜ੍ਹਾ ਜਿਹਾ ਫੋਰਸ ਐਗਜ਼ਰਟ ਕਰਨਾ ਹੈ B ਬਾਡੀ ਦੀਆਂ ਪ੍ਰੋਜੈਕਸ਼ਨ ਦੇ ਉੱਪਰ। ਤਾਂ ਨਿਊਟਨ ਦੇ ਥਰਡ ਲਾਅ ਨੇ ਕੀ ਡਿਫਾਈਨ ਕੀਤਾ ਸੀ, ਫॉर ਐਵਰੀ ਐਕਸ਼ਨ देयर इज ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਹੁਣ ਇਸੇ ਕਰਕੇ ਜਿਹੜੀ A ਬਾਡੀ ਆ ਉਹ ਰੈਸਟ ਦੇ ਉੱਪਰ ਰਹਿ ਰਹੀ ਆ ਤਾਂ ਉਹਦੇ ਤੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਹੈ ਕਿ ਉੱਥੇ ਜਿਹੜਾ ਫੋਰਸ ਆਫ ਫ੍ਰਿਕਸ਼ਨ ਆ, ਕਿ ਜਿਹੜੀ ਫ੍ਰਿਕਸ਼ਨ ਦੀ ਵੈਲਿਊ ਸੀਗੀ ਉਹ ਆਪਣੇ ਕੋਲੇ ਅਪਲਾਈਡ ਫੋਰਸ, ਜਿਹੜਾ ਫੋਰਸ ਆਪਾਂ ਅਪਲਾਈ ਕੀਤਾ ਹੋਇਆ ਸੀ A ਬਾਡੀ ਦੇ ਉਹਦੇ ਇਕੁਅਲ ਆ ਰਿਹਾ। ਇਸੇ ਕਰਕੇ ਉਸ ਬਾਡੀ ਨੇ ਮੂਵ ਨਹੀਂ ਕੀਤਾ। ਜੇ ਆਪਾਂ ਫੋਰਸ ਦੀ ਵੈਲਿਊ ਨੂੰ ਲਗਾਤਾਰ ਵਧਾਈ ਜਾਵਾਂਗੇ, ਆਪਾਂ ਕੰਟੀਨਿਊਸਲੀ ਉਹਨੂੰ ਪੁਸ਼ ਕਰੀ ਜਾਵਾਂਗੇ ਤਾਂ ਇੱਕ ਇੱਦਾਂ ਦੀ ਸਟੇਜ ਆ ਜਾਊਗੀ ਕਿ ਉਹ ਇੰਟਰਲੌਕਸ ਨੇ ਜਿਹੜੀਆਂ ਉਹ ਆਪਸ ਦੇ ਵਿੱਚੋਂ ਟੁੱਟ ਜਾਣਗੀਆਂ, ਬ੍ਰੋਕ ਹੋ ਜਾਣਗੀਆਂ ਤੇ ਇਹ ਬਾਡੀ ਕੀ ਕਰੂਗੀ, ਸਲਾਈਡ ਕਰਨਾ ਸ਼ੁਰੂ ਕਰ ਦੂਗੀ। ਤਾਂ ਇੱਥੇ ਆਪਾਂ ਦੇਖਦੇ ਹਾਂ ਕਿ ਜਿਹੜਾ ਫੋਰਸ ਆਫ ਫ੍ਰਿਕਸ਼ਨ ਆ ਉਹ ਹਲੇ ਵੀ ਐਕਟ ਕਰ ਰਿਹਾ ਹੈ, ਕਿਉਂਕਿ ਉੱਥੇ ਕੀ ਸੀਗੀਆਂ, ਇੰਟਰਲੌਕਿੰਗਸ ਅਕਰ ਹੋਈਆਂ ਸੀ ਦੋਨੋਂ ਪ੍ਰੋਜੈਕਸ਼ਨ ਤੇ ਡਿਪਰੈਸ਼ਨਸ ਦੇ ਵਿਚਕਾਰ। ਜੇ ਇੱਕ ਵਾਰੀ ਇੰਟਰਲੌਕਸ ਨੂੰ ਆਪਾਂ ਤੋੜਤਾ ਤਾਂ ਆਪਾਂ ਨੂੰ ਫਿਰ ਘੱਟ ਫੋਰਸ ਅਪਲਾਈ ਕਰਨਾ ਪੈਂਦਾ ਹੈ, ਕਿਉਂਕਿ ਜਿਹੜੀਆਂ ਨਵੀਆਂ ਇੰਟਰਲੌਕਸ ਬਣਨਗੀਆਂ ਉਹਨਾਂ ਨੂੰ ਤੋੜਨਾ ਸੌਖਾ ਹੋ ਜਾਊਗਾ। ਇਸ ਕਰਕੇ ਕਾਈਨੈਟਿਕ ਫ੍ਰਿਕਸ਼ਨ ਦੀ ਵੈਲਿਊ ਹਮੇਸ਼ਾ ਹੀ ਸਟੈਟਿਕ ਫ੍ਰਿਕਸ਼ਨ ਦੇ ਨਾਲੋਂ ਘੱਟ ਹੁੰਦੀ ਆ। ਸਟੈਟਿਕ ਫ੍ਰਿਕਸ਼ਨ ਕੀ ਸੀਗਾ ਕਿ ਬਾਡੀ ਰੈਸਟ ਦੇ ਵਿੱਚ ਆ, ਉਹਨੇ ਮੂਵ ਕਰਨਾ ਸ਼ੁਰੂ ਨਹੀਂ ਕੀਤਾ, ਤਾਂ ਉਹਦੇ ਲਈ ਆਪਣੇ ਕੋਲ ਸਟੈਟਿਕ ਫ੍ਰਿਕਸ਼ਨ ਹੁੰਦਾ। ਕਾਈਨੈਟਿਕ ਫ੍ਰਿਕਸ਼ਨ ਕਦੋਂ ਆਊਗਾ, ਜਦੋਂ ਬਾਡੀ ਨੇ ਮੂਵ ਕਰਨਾ ਸ਼ੁਰੂ ਕਰਤਾ ਤੇ ਬਾਡੀ ਮੋਸ਼ਨ ਦੇ ਵਿੱਚ ਸੈੱਟ ਹੋ ਚੁੱਕੀ ਆ। ਹੁਣ ਆਪਾਂ ਨੈਕਸਟ ਦੇਖਦੇ ਹਾਂ ਕਿ ਜਦੋਂ ਆਪਾਂ ਸਰਫੇਸ ਨੂੰ ਸਮੂਥ ਬਣਾ ਦਿੰਦੇ ਹਾਂ ਤਾਂ ਉਸ 'ਤੇ ਕੀ ਹੋ ਜਾਊਗੀ, ਫ੍ਰਿਕਸ਼ਨ ਦੀ ਵੈਲਿਊ ਘੱਟ ਜਾਂਦੀ ਆ। ਕਿਉਂ ਘੱਟ ਜਾਂਦੀ ਹੈ, ਕਿਉਂਕਿ ਜਿਹੜੀਆਂ ਪ੍ਰੋਜੈਕਸ਼ਨ ਤੇ ਡਿਪਰੈਸ਼ਨਸ ਬਣੀਆਂ ਹੋਈਆਂ ਨੇ, ਜਿਹੜੀਆਂ ਆਪਣੇ ਕੋਲ ਆਹ ਵਾਲੀਆਂ ਪ੍ਰੋਜੈਕਸ਼ਨ ਤੇ ਡਿਪਰੈਸ਼ਨਸ ਨੇ, ਇਹਨਾਂ ਦਾ ਸਾਈਜ਼ ਕੀ ਕਰ ਜਾਂਦਾ ਹੈ, ਘੱਟ ਜਾਂਦਾ। ਤਾਂ ਇਸੇ ਕਰਕੇ ਫ੍ਰਿਕਸ਼ਨ ਦੀ ਵੈਲਿਊ ਵੀ ਕੀ ਹੋ ਜਾਊਗੀ, ਘੱਟ ਜੂਗੀ। ਪਰ ਜੇ ਆਪਾਂ ਸਰਫੇਸ ਨੂੰ ਬਹੁਤ ਜ਼ਿਆਦਾ ਸਮੂਥ ਜਾਂ ਹਾਈਲੀ ਪੋਲਿਸ਼ਡ ਕਰ ਦਈਏ, ਜ਼ਿਆਦਾ ਪੋਲਿਸ਼ ਕਰ ਦਿੰਦੇ ਹਾਂ ਤਾਂ ਫ੍ਰਿਕਸ਼ਨ ਦੀ ਵੈਲਿਊ ਜ਼ਿਆਦਾ ਵੱਧ ਜਾਂਦੀ ਆ। ਤਾਂ ਇਹਦੇ ਲਈ ਓਲਡ ਵਿਊ ਨੇ ਕੋਈ ਐਕਸਪਲੇਨੇਸ਼ਨ ਨਹੀਂ ਸੀ ਦਿੱਤੀ, ਇਹਨੇ ਸਿਰਫ ਆਪਾਂ ਨੂੰ ਉਹਦੇ ਕੌਜ਼ ਦੱਸਦੇ ਕਿ ਕਾਰਨ ਕੀ ਆ, ਕਿ ਕਿਉਂ ਰਗੜ ਜਿਹੜੀ ਹੋ ਰਹੀ ਆ ਉਹ ਕਿਹਦੇ ਕਰਕੇ ਹੁੰਦੀ ਸੀਗੀ, ਪ੍ਰੋਜੈਕਸ਼ਨ ਤੇ ਡਿਪਰੈਸ਼ਨ ਦੇ ਕਾਰਨ।
ਇਹ ਸਾਰਾ ਆਪਣੇ ਕੋਲੇ 올ਡ ਵਿਊ ਦੇ ਵਿੱਚ। ਨੈਕਸਟ ਆਪਣੇ ਕੋਲ ਹੈਗਾ ਹੈ ਮਾਡਰਨ ਵਿਊ। ਮਾਡਰਨ ਵਿਊ ਦੇ ਵਿੱਚ ਕੀ ਸੀਗਾ ਕਿ ਜਿਹੜਾ ਕਾਜ਼ ਆਫ ਫ੍ਰਿਕਸ਼ਨ ਆ, ਕਿ ਰਗੜ ਦਾ ਕਾਰਨ ਕੀ ਆ, ਐਟੋਮਿਕ ਐਂਡ ਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ, ਕਿ ਜਿਹੜੇ ਦੋ ਸਰਫੇਸ ਦਿੱਤੇ ਹੋਏ ਆ ਉਹਨਾਂ ਦੇ ਐਟਮਸ ਤੇ ਮੋਲੀਕੂਲਸ ਦੇ ਵਿਚਕਾਰ ਕੀ ਆ ਅਟਰੈਕਸ਼ਨ ਹੋ ਰਹੀ ਆ, ਜਿੱਥੇ ਉਹ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਆ ਰਹੇ ਨੇ। ਹੁਣ ਜਦੋਂ ਆਪਾਂ ਇੱਕ ਬਾਡੀ ਨੂੰ ਦੂਜੀ ਬਾਡੀ ਦੇ ਸਰਫੇਸ ਉੱਪਰ ਮੂਵ ਕਰਵਾਉਣਾ ਸ਼ੁਰੂ ਕਰਦੇ ਆ ਤਾਂ ਉੱਥੇ ਕੀ ਸੀਗੀਆਂ ਇਰਰੈਗੂਲੈਰਿਟੀਜ਼ ਆ ਜਾਂਦੀਆਂ ਨੇ, ਤੇ ਜਦੋਂ ਦੋਨੋਂ ਸਰਫੇਸ ਇੱਕ ਦੂਜੇ ਦੇ ਨਾਲ ਕੰਟੈਕਟ ਦੇ ਵਿੱਚ ਆਉਂਦੇ ਆ ਤਾਂ ਬਹੁਤ ਜ਼ਿਆਦਾ ਪੁਆਇੰਟਸ ਨੇ। ਜਿਵੇਂ ਇੱਥੇ ਇੱਕ ਸਰਫੇਸ ਸੀਗਾ, ਦੂਜਾ ਸਰਫੇਸ ਆਪਾਂ ਮੂਵ ਕਰਾ ਰਹੇ ਹਾਂ, ਜਿੰਨਾ ਸਰਫੇਸ ਉਹਨਾਂ ਦੇ ਕੰਟੈਕਟ ਦੇ ਵਿੱਚ ਆ ਰਿਹਾ, ਉਹ ਕਿਵੇਂ ਕੰਟੈਕਟ ਦੇ ਵਿੱਚ ਆਉਂਦਾ ਹੈ, ਕਾਫੀ ਜ਼ਿਆਦਾ ਪੁਆਇੰਟਸ ਨੇ ਜਿਹੜੇ ਇੱਕ ਦੂਜੇ ਦੇ ਨਾਲ ਕੰਟੈਕਟ ਦੇ ਵਿੱਚ ਆ ਜਾਂਦੇ ਆ। ਤੇ ਇਹਨਾਂ ਹੀ ਪੁਆਇੰਟਸ ਦੇ ਉੱਪਰ ਜਿਹੜੇ ਐਟਮਸ ਤੇ ਮੋਲੀਕਿਊਲਸ ਨੇ ਦੋਨੋਂ ਸਰਫੇਸ ਦੇ ਇੱਕ ਦੂਜੇ ਦੇ ਬਹੁਤ ਜ਼ਿਆਦਾ ਨੇੜੇ ਆ ਜਾਣਗੇ, ਤੇ ਨੇੜੇ ਆਉਣ ਦੇ ਕਾਰਨ ਹੀ ਉਹਨਾਂ ਨੇ ਇੱਕ ਦੂਜੇ ਨੂੰ ਅਟਰੈਕਟ ਕਰਨਾ ਸ਼ੁਰੂ ਕਰ ਦੇਣਾ। ਜਦੋਂ ਆਪਾਂ ਇਸ ਤਰ੍ਹਾਂ ਇੱਕ ਬਾਡੀ ਨੂੰ ਮੂਵ ਕਰਵਾਉਣਾ ਸ਼ੁਰੂ ਕਰ ਦਿੰਦੇ ਆ ਪਲੇਸਡ ਓਵਰ ਦੀ ਅਦਰ ਬਾਡੀ, ਕਿ ਇੱਕ ਸਰਫੇਸ ਦੇ ਉੱਪਰ ਦੂਜੀ ਬਾਡੀ ਨੂੰ ਰੱਖਿਆ, ਤਾਂ ਜਿਹੜੀ ਬੌਂਡ ਆਫ ਅਟਰੈਕਸ਼ਨ ਨੇ ਉਹਨਾਂ ਨੇ ਕੀ ਕਰਨਾ, ਉਹਨਾਂ ਨੂੰ ਅਪੋਜ਼ ਕਰਨਾ ਸ਼ੁਰੂ ਕਰ ਦੇਣਾ। ਇਸ ਦੇ ਅਪੋਜ਼ਿੰਗ ਫੋਰਸ ਨੂੰ ਹੀ ਆਪਾਂ ਕੀ ਨਾਮ ਦਿੱਤਾ, ਫੋਰਸ ਆਫ ਫ੍ਰਿਕਸ਼ਨ, ਜਿਹੜਾ ਦੋ ਬਾਡੀਜ਼ ਦੇ ਸਰਫੇਸ ਵਿਚਕਾਰ ਲੱਗ ਰਿਹਾ ਹੈ। ਹੁਣ ਆਪਾਂ ਕੀ ਨੋਟ ਕਰਦੇ ਹਾਂ ਕਿ ਦੋਨੋਂ ਸਰਫੇਸ ਦੇ ਵਿਚਕਾਰ ਜਿਹੜਾ ਐਕਚੁਅਲ ਏਰੀਆ ਆਫ ਕੰਟੈਕਟ ਆ, ਕਿ ਕਿੰਨਾ ਉਹ ਕੰਟੈਕਟ ਦੇ ਵਿੱਚ ਆ ਰਿਹਾ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ ਨਾਰਮਲ ਰਿਐਕਸ਼ਨ ਦੇ। ਫੋਰਸ ਆਫ ਅਟਰੈਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਨਾਰਮਲ ਰਿਐਕਸ਼ਨ। ਤਾਂ ਇਹਦੇ ਤੋਂ ਕੀ ਰਿਜ਼ਲਟ ਆਉਂਦਾ ਹੈ ਕਿ ਫੋਰਸ ਆਫ ਫ੍ਰਿਕਸ਼ਨ ਆ ਜਿਹੜੀ ਦੋ ਸਰਫੇਸ ਦੇ ਵਿਚਕਾਰ ਲੱਗ ਰਹੀ ਆ, ਉਹਦੀ ਵੈਲਿਊ ਡਾਇਰੈਕਟਲੀ ਡਿਪੈਂਡ ਕਰੂਗੀ, ਜਿੰਨੀ ਫੋਰਸ ਦੀ ਵੈਲਿਊ ਹੋਊਗੀ ਉਨੀ ਹੀ ਨਾਰਮਲ ਰਿਐਕਸ਼ਨ ਦੀ ਵੈਲਿਊ ਹੋਊਗੀ। ਹੁਣ ਇਹਦੇ ਤੋਂ ਆਪਾਂ ਐਕਸਪਲੇਨ ਕਰਦੇ ਹਾਂ ਕਿ ਜੇ ਆਪਾਂ ਦੋ ਸਰਫੇਸ ਨੂੰ ਸਮੂਥ ਬਣਾ ਦਿੰਦੇ ਆ ਤਾਂ ਫੋਰਸ ਆਫ ਫ੍ਰਿਕਸ਼ਨ ਕਿਉਂ ਘਟ ਜਾਂਦਾ। ਉਹਦਾ ਮੇਨ ਰੀਜ਼ਨ ਆਪਣੇ ਕੋਲ ਕੀ ਆ ਕਿ ਜੇ ਸਰਫੇਸ ਨੂੰ ਆਪਾਂ ਸਮੂਥ ਕਰ ਦਈਏ ਤਾਂ ਨੰਬਰ ਆਫ ਪੁਆਇੰਟਸ ਆਫ ਕੰਟੈਕਟ, ਕਿ ਦੋਨੋਂ ਸਰਫੇਸ ਜਿਹੜੇ ਆਪਸ ਦੇ ਵਿੱਚ ਕੰਟੈਕਟ ਦੇ ਵਿੱਚ ਆ ਰਹੇ ਸੀ, ਕਿਹੜੇ ਕਿਹੜੇ ਪੁਆਇੰਟ ਦੇ ਉੱਪਰ ਕੰਟੈਕਟ ਦੇ ਵਿੱਚ ਆ ਰਹੇ ਆ, ਤਾਂ ਉਹਨਾਂ ਦੀ ਵੈਲਿਊ ਆਪਣੇ ਕੋਲ ਕੀ ਹੋ ਜਾਊਗੀ, ਜ਼ਿਆਦਾ ਵੱਧ ਜੂਗੀ। ਪੁਆਇੰਟ ਵੱਧ ਗਏ ਬਟ ਏਰੀਆ ਐਟ ਈਚ ਪੁਆਇੰਟ ਆਫ ਕੰਟੈਕਟ ਡਿਕਰੀਜ਼, ਕਿ ਏਰੀਆ ਘਟ ਜਾਂਦਾ। ਜਿਵੇਂ ਹੁਣ ਆਪਾਂ ਇੱਕ ਪਿੰਨ ਲੈ ਲਈਏ, ਹੁਣ ਜੇ ਪਿੰਨ ਲੈ ਰਹੇ ਹਾਂ ਤਾਂ ਇੱਥੋਂ ਆਪਣੇ ਕੋਲ ਕੀ ਹੈ, ਬਾਟਮ ਦੇ ਉੱਪਰ ਤਿੱਖੀ ਹੁੰਦੀ ਆ। ਜਾਂ ਤੁਸੀਂ ਪੈਨਸਿਲ ਦੀ ਗੱਲ ਕਰ ਲਓ, ਪੈਨਸਿਲ ਨੂੰ ਜੇ ਆਪਾਂ ਸ਼ਾਰਪ ਕਰ ਲਈਏ, ਕੋਈ ਨੇਲ ਲੈ ਰਹੇ ਹੋ, ਤੁਸੀਂ ਮੇਖ ਲੈ ਰਹੇ ਹੋ, ਮੇਖ ਨੂੰ ਜੇ ਆਪਾਂ ਕੰਪੇਅਰ ਕਰੀਏ, ਮੇਖ ਦਾ ਜਿਹੜਾ ਬਾਟਮ ਵਾਲਾ ਪਾਰਟ ਹੁੰਦਾ ਕਿੰਨਾ ਤਿੱਖਾ ਹੁੰਦਾ ਆਪਣੇ ਕੋਲ। ਜੇ ਉਹਨੂੰ ਕਿਸੇ ਚੀਜ਼ ਦੇ ਉੱਪਰ ਰੱਖਾਂਗੇ ਤਾਂ ਉਹਨੂੰ ਕਿੰਨੇ ਕੰਟੈਕਟ ਦੇ ਵਿੱਚ ਆਊਗੀ, ਬਹੁਤ ਜ਼ਿਆਦਾ। ਥੋੜਾ ਪਾਰਟ ਇਸ ਤਰ੍ਹਾਂ ਉਹਨੇ ਕੰਟੈਕਟ ਦੇ ਵਿੱਚ ਜਾਣਾ। ਜੇ ਇੱਕ ਬਾਕਸ ਰੱਖਾਂਗੇ ਤਾਂ ਦੋਨੋਂ ਬਾਡੀਜ਼ ਨੇ ਆਪਸ ਦੇ ਵਿੱਚ ਕਿੰਨਾ ਪਾਰਟ ਕਵਰ ਕੀਤਾ, ਕਿੰਨਾ ਕੰਟੈਕਟ ਦੇ ਵਿੱਚ ਆ ਰਹੇ, ਉਹ ਸਾਰੀ ਚੀਜ਼ ਕੰਟੈਕਟ ਦੇ ਵਿੱਚ ਆਊਗੀ। ਹੁਣ ਜਦੋਂ ਆਪਾਂ ਨੂੰ ਸਮੂਥ ਕਰੀ ਜਾ ਰਹੇ ਹਾਂ ਤਾਂ ਨੰਬਰ ਆਫ ਕੰਟੈਕਟ ਜਿਹੜੇ ਨੇ, ਪੁਆਇੰਟਸ ਨੇ, ਉਹ ਤਾਂ ਵਧੀ ਜਾਂਦੇ ਆ ਬਟ ਏਰੀਆ ਘਟੀ ਜਾਂਦਾ, ਕਿ ਆਹ ਤਿੱਖੀ ਚੀਜ਼ ਜਿਵੇਂ ਆਪਾਂ ਥੱਲੋਂ ਨੇਲ ਦੀ ਗੱਲ ਕੀਤੀ ਉਹ ਘਟ ਜਾਂਦਾ ਹੈ। ਤਾਂ ਹੁਣ ਇਸੇ ਕਰਕੇ ਆਪਣੇ ਕੋਲੇ ਕਿ ਏਰੀਆ ਹਰੇਕ ਪੁਆਇੰਟ ਦੇ ਉੱਪਰ ਜਦੋਂ ਡਿਕਰੀਜ਼ ਕਰਨਾ ਸ਼ੁਰੂ ਹੋ ਜਾਊਗਾ ਤਾਂ ਉਹ ਕਿਉਂ ਘਟ ਗਿਆ, ਕਿਉਂਕਿ ਇਰਰੈਗੂਲੈਰਿਟੀਜ਼ ਦਾ ਸਾਈਜ਼ ਵੀ ਘਟ ਗਿਆ। ਨੈਟ ਇਫੈਕਟ ਫਿਰ ਆਪਣੇ ਕੋਲ ਕੀ ਆ ਰਿਹਾ, ਜਦੋਂ ਸਰਫੇਸ ਨੂੰ ਆਪਾਂ ਸਮੂਥ ਕਰ ਦਿੰਦੇ ਆ, ਐਕਚੁਅਲ ਏਰੀਆ ਆਫ ਕੰਟੈਕਟ ਡਿਕਰੀਜ਼ ਕਰ ਜਾਂਦਾ। ਇਸੇ ਕਰਕੇ ਫੋਰਸ ਆਫ ਅਟਰੈਕਸ਼ਨ ਆ ਜਿਹੜੀ ਐਟਮਸ ਤੇ ਮੋਲੀਕਿਊਲਸ ਦੇ ਵਿੱਚ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਕਿਹਦੇ ਆ, ਐਕਚੁਅਲ ਏਰੀਆ ਦੇ ਕੰਟੈਕਟ ਦੇ ਉੱਪਰ। ਤਾਂ ਇਸ ਫ੍ਰਿਕਸ਼ਨ ਦੇ ਕਰਕੇ ਜਿਹੜੀ ਫੋਰਸ ਦੀ ਵੈਲਿਊ ਆਊਗੀ ਉਹ ਵੀ ਡਿਕਰੀਜ਼ ਕਰ ਜੂ। ਹੁਣ ਆਪਾਂ ਨੈਕਸਟ ਦੇਖਦੇ ਹਾਂ ਕਿ ਜੇ ਆਪਾਂ ਸਰਫੇਸ ਨੂੰ ਜ਼ਿਆਦਾ ਸਮੂਥ ਬਣਾ ਦਿੰਦੇ ਹਾਂ, ਐਕਸਟਰਾ ਸਮੂਥ ਕਰ ਦਿੰਦੇ ਹਾਂ, ਤਾਂ ਨੰਬਰ ਆਫ ਪੁਆਇੰਟਸ ਆਫ ਕੰਟੈਕਟ ਉਹਦਾ ਕੀ ਆ, ਬਹੁਤ ਜ਼ਿਆਦਾ ਹੋ ਜਾਂਦੇ ਆ ਹਰੇਕ ਪੁਆਇੰਟ ਦੇ ਉੱਪਰ, ਪਰ ਜਿਹੜਾ ਏਰੀਆ ਆਫ ਕੰਟੈਕਟ ਆ ਉਹ ਬਹੁਤ ਜ਼ਿਆਦਾ ਘਟ ਜਾਂਦਾ। ਇਸ ਦੇ ਨਾਲੋਂ ਵੀ ਉਹਨੇ ਘਟ ਜਾਣਾ। ਜੇ ਆਪਾਂ ਹੁਣ ਇੱਕ ਨੇਲ ਦੀ ਗੱਲ ਕੀਤੀ ਸੀ, ਇੱਕ ਮੇਖ ਦੀ ਗੱਲ ਕੀਤੀ ਆ, ਪਿੰਨ ਦੀ ਗੱਲ ਕੀਤੀ ਆ, ਉਹ ਥੱਲੋਂ ਕਿੰਨੀ ਆਪਣੇ ਕੋਲੇ ਹੈਗੀ ਥਿਨ ਆ, ਉਹਨੇ ਕਿੰਨਾ ਇਹ ਘੱਟ ਏਰੀਆ ਅਕਵਾਇਰ ਕਰਨਾ, ਉਹਨੇ ਇਸ ਤੋਂ ਵੀ ਜ਼ਿਆਦਾ ਘਟ ਜਾਣਾ ਜਦੋਂ ਆਪਾਂ ਨੂੰ ਐਕਸਟਰਾ ਸਮੂਥ ਕਰ ਦਿੰਦੇ ਹਾਂ ਸਰਫੇਸ ਨੂੰ। ਤਾਂ ਘੱਟ ਕਰਨ ਦੀ ਬਜਾਏ ਕਿ ਉਹਨੂੰ ਡਿਕਰੀਜ਼ ਤਾਂ ਹੋ ਜਾਣਾ ਚਾਹੀਦਾ ਸੀ ਬਟ ਡਿਕਰੀਜ਼ ਨਹੀਂ ਹੋਇਆ, ਤਾਂ ਐਕਚੁਅਲ ਏਰੀਆ ਆਫ ਕੰਟੈਕਟ ਗਿਆ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸੇ ਕਰਕੇ ਜਦੋਂ ਆਪਾਂ ਸਰਫੇਸ ਨੂੰ ਐਕਸਟਰਾ ਸਮੂਥ ਕਰ ਦਿੰਦੇ ਹਾਂ ਤਾਂ ਫ੍ਰਿਕਸ਼ਨ ਵੀ ਗਿਆ ਇਨਕਰੀਜ਼ ਹੋ ਜਾਂਦਾ। ਨੈਕਸਟ ਹੈ ਸਟੈਟਿਕ ਫ੍ਰਿਕਸ਼ਨ। ਕੋਈ ਵੀ ਬਾਡੀ ਆਪਣੇ ਕੋਲੇ ਮਾਸ ਜਿਹਦਾ ਐਮ ਆ, ਉਹ ਕੀ ਇੱਕ ਰੈਸਟ ਦੇ ਉੱਪਰ ਪਈ ਆ, ਇੱਕ ਹੌਰੀਜ਼ੌਂਟਲ ਟੇਬਲ ਦੇ ਉੱਪਰ। ਹੁਣ ਵੇਟ ਹਮੇਸ਼ਾ ਹੀ ਕੀ ਆਪਣੇ ਕੋਲੇ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਲੱਗਦਾ ਹੈ। ਵੇਟ ਕਿਹਦੇ ਇਕੁਅਲ ਹੁੰਦਾ ਹੈ, ਐਮ ਜੀ। W ਇਜ਼ ਇਕੁਅਲ ਟੂ ਐਮ ਜੀ। ਮਾਸ ਕਿੰਨਾ ਸੀ ਬਾਡੀ ਦਾ, ਐਮ। ਤਾਂ ਇਹਨੂੰ ਕੌਣ ਬੈਲੈਂਸ ਕਰੂਗਾ, ਨਾਰਮਲ ਰਿਐਕਸ਼ਨ, ਕਿਉਂਕਿ ਵੇਟ ਹਮੇਸ਼ਾ ਹੀ ਡਾਊਨਵਰਡ ਡਾਇਰੈਕਸ਼ਨ ਦੇ ਵਿੱਚ ਹੋ ਜਾਊਗਾ। ਨਿਊਟਨ ਦੇ ਥਰਡ ਲਾਅ ਨੇ ਕੀ ਡਿਫਾਈਨ ਕੀਤਾ ਸੀ, ਫॉर ਐਵਰੀ ਐਕਸ਼ਨ देयर इज ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਤਾਂ ਆਰ ਉਹਨੂੰ ਬੈਲੈਂਸ ਕਰ ਲੂਗੀ। ਤਾਂ ਹੁਣ ਆਪਾਂ ਸਪੋਜ਼ ਕਰਦੇ ਹਾਂ ਕਿ ਆਪਾਂ ਕੋਈ ਵੀ ਫੋਰਸ F ਲਗਾ ਰਹੇ ਹਾਂ ਇਸ ਬਾਡੀ ਦੇ ਉੱਪਰ, ਜਿਹੜਾ ਬਹੁਤ ਜ਼ਿਆਦਾ ਘੱਟ ਆ ਇਸ ਬਾਡੀ ਨੂੰ ਮੂਵ ਕਰਵਾਉਣ ਦੇ ਲਈ। ਤਾਂ ਨਿਊਟਨ ਦੇ ਸੈਕਿੰਡ ਲਾਅ ਤੋਂ ਆਪਣੇ ਕੋਲ ਵੈਲਿਊ ਕੀ ਆਈ ਸੀਗੀ, F ਇਜ਼ ਇਕੁਅਲ ਟੂ ma। ਐਕਸਲਰੇਸ਼ਨ ਕਿਹਦੇ ਇਕੁਅਲ ਹੋ ਜਾਊਗਾ, F ਅਪੋਨ m।
ਹੁਣ ਬੋਡੀ ਰੈਸਟ ਦੇ ਉੱਪਰ ਰਹਿ ਰਹੀ ਹੈ, ਤੇ ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਹੈ ਕਿ ਇੱਕ ਅਪੋਜ਼ਿੰਗ ਫੋਰਸ, ਆਪੋਜ਼ਿਟ ਨੇਚਰ ਦਾ ਫੋਰਸ ਜਿਹੜਾ ਇਸ ਅਪਲਾਈਡ ਫੋਰਸ ਦੀ ਵੈਲਿਊ ਦੇ ਇਕੁਅਲ ਸੀ, ਉਹ ਕਿੰਨਾ ਉੱਥੇ 0 ਆ। ਤਾਂ ਜਿਹੜੀ ਆਪਾਂ ਫੋਰਸ ਲਗਾਈ ਹੋਈ ਆ ਉਹ ਕਿਵੇਂ ਐਕਟ ਕਰੂਗੀ, ਇਸ ਬੋਡੀ ਦੇ ਸਰਫੇਸ ਦੇ ਪੈਰਲਲ ਦੇ ਵਿੱਚ ਹਮੇਸ਼ਾ ਹੀ ਉਹਨੇ ਐਕਟ ਕਰਨਾ ਹੈ। ਤੇ ਉਹਦੀ ਡਾਇਰੈਕਸ਼ਨ ਕਿਹੜੀ ਹੋਊਗੀ, ਅਪਲਾਈਡ ਫੋਰਸ ਦੀ ਆਪੋਜ਼ਿਟ ਡਾਇਰੈਕਸ਼ਨ ਹੋ। ਅਪਲਾਈਡ ਫੋਰਸ ਜੇ ਆਪਾਂ ਰਾਈਟ ਹੈਂਡ ਸਾਈਡ ਲਗਾ ਰਹੇ ਹਾਂ ਤਾਂ ਜਿਹੜਾ ਸਟੈਟਿਕ ਫ੍ਰਿਕਸ਼ਨ ਆ, ਮਤਲਬ ਫ੍ਰਿਕਸ਼ਨ ਲੱਗ ਰਿਹਾ, ਰਗੜ ਲੱਗ ਰਹੀ ਆ, ਉਹ ਉਹਦੇ ਤੋਂ ਕਿਵੇਂ ਐਕਟ ਕਰੂਗੀ, ਪੈਰਲਲ ਦੇ ਵਿੱਚ। ਦੋਨੋਂ ਫੋਰਸਿਸ ਕੀ ਆਪਣੇ ਕੋਲੇ ਪੈਰਲਲ ਦੇ ਵਿੱਚ ਨੇ, ਬਟ ਐਕਟ ਕਿਵੇਂ ਕਰ ਰਹੀਆਂ ਨੇ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਉਹੀ ਇਹ ਚੀਜ਼ ਆਪਾਂ ਇੱਥੇ ਕਹਿ ਰਹੇ ਹਾਂ। ਤਾਂ ਇਹ ਆਪਣੇ ਕੋਲੇ ਕੀ ਹੋ ਜਾਊਗਾ ਫਿਰ, ਸਟੈਟਿਕ ਫ੍ਰਿਕਸ਼ਨ। ਸਟੈਟਿਕ ਫ੍ਰਿਕਸ਼ਨ ਨੂੰ ਆਪਾਂ ਕਿਹਦੇ ਨਾਲ ਡਿਨੋਟ ਕਰਦੇ ਹਾਂ, F S ਦੇ ਨਾਲ। ਤਾਂ ਸਟੈਟਿਕ ਫ੍ਰਿਕਸ਼ਨ ਕੀ ਆ, ਆਪਣੇ ਕੋਲ ਇੱਕ ਅਪੋਜ਼ਿੰਗ ਫੋਰਸ ਆ ਜਿਹੜਾ ਜਦੋਂ ਆਪਾਂ ਦੋ ਸਰਫੇਸਿਸ ਨੂੰ ਕੰਟੈਕਟ ਦੇ ਵਿੱਚ ਲੈ ਕੇ ਆਉਂਦੇ ਨੇ ਉਦੋਂ ਹੀ ਸੈੱਟ ਹੋਣਾ ਹੈ, ਉਦੋਂ ਹੀ ਸੈਟਅਪ ਕਰਨਾ, ਗਰੋ ਕਰਨਾ ਸ਼ੁਰੂ ਕਰਦਾ ਜਦੋਂ ਇੱਕ ਬਾਡੀ ਦੂਜੀ ਬਾਡੀ ਦੇ ਸਰਫੇਸ ਦੇ ਉੱਪਰ ਸਲਾਈਡ ਕਰਨ ਦੀ ਕੋਸ਼ਿਸ਼ ਕਰਦੀ ਹੈ। ਹੁਣ ਮੇਨ ਪੁਆਇੰਟਸ ਇਹਨਾਂ ਵਿੱਚ ਕੀ ਹੈ ਕਿ ਸਟੈਟਿਕ ਫ੍ਰਿਕਸ਼ਨ ਆ ਜਿਹੜਾ ਦੋਨੋਂ ਸਰਫੇਸਿਸ ਦੀ ਨੇਚਰ ਦੇ ਉੱਪਰ ਡਿਪੈਂਡ ਕਰਦਾ ਕਿ ਕਿਵੇਂ ਦੀ ਨੇਚਰ ਆ, ਰਫ, ਸਮੂਥ, ਐਕਸਟਰਾ ਸਮੂਥ। ਸਟੈਟਿਕ ਫ੍ਰਿਕਸ਼ਨ ਆਪਣੇ ਆਪ ਐਗਜ਼ਿਸਟ ਨਹੀਂ ਕਰਦਾ, ਜੇ ਉੱਥੇ ਕੋਈ ਵੀ ਅਪਲਾਈਡ ਫੋਰਸ ਨਹੀਂ ਹੋਊਗਾ ਤਾਂ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਵੀ 0 ਹੋ ਜਾਊਗੀ। ਸਟੈਟਿਕ ਫ੍ਰਿਕਸ਼ਨ ਹਮੇਸ਼ਾ ਹੀ ਕਦੋਂ ਗਰੋ ਕਰੂਗਾ, ਜਦੋਂ ਆਪਾਂ ਉੱਥੇ ਕੋਈ ਫੋਰਸ ਅਪਲਾਈ ਕਰਵਾ ਰਹੇ ਹਾਂ। ਸਟੈਟਿਕ ਫ੍ਰਿਕਸ਼ਨ ਅਪੋਜ਼ਿਸ ਦੀ ਇੰਪੈਂਡਿੰਗ ਮੋਸ਼ਨ, ਇਹਦੇ ਮੋਸ਼ਨ ਨੂੰ ਹਮੇਸ਼ਾ ਹੀ ਅਪੋਜ਼ ਕਰਦਾ। ਸੈਲਫ ਐਡਜਸਟਿੰਗ ਫੋਰਸ ਆ ਕਿ ਖੁਦ ਐਡਜਸਟ ਹੋ ਜਾਂਦਾ। ਹਾਂਜੀ, ਇੱਕ ਬਾਡੀ ਹੌਰੀਜ਼ੋਨਟਲ ਸਰਫੇਸ ਦੇ ਉੱਪਰ ਪਈ ਸੀ ਤਾਂ ਆਪਾਂ ਉਸ ਨੂੰ ਮੂਵ ਕਰਵਾਉਣਾ ਸ਼ੁਰੂ ਕਰਦੇ ਹਾਂ ਕਿ ਪਹਿਲਾਂ ਥੋੜ੍ਹਾ ਜਿਹਾ ਆਪਾਂ ਪੁਸ਼ ਕੀਤਾ। ਜਦੋਂ ਥੋੜ੍ਹਾ ਜਿਹਾ ਪੁਸ਼ ਕਰਨਾ ਸ਼ੁਰੂ ਕੀਤਾ ਤਾਂ ਉਹਨੇ ਆਪਣੇ ਆਪ ਕੀ ਆ, ਮੋਸ਼ਨ ਦੇ ਵਿੱਚ ਨਹੀਂ ਆਉਣਾ, ਉਹ ਰੈਸਟ ਦੇ ਵਿੱਚ ਹੀ ਰਹਿੰਦੀ ਆ। ਤਾਂ ਜਿਹੜਾ ਆਪਾਂ ਫੋਰਸ ਅਪਲਾਈ ਕੀਤਾ ਹੋਇਆ ਸੀਗਾ ਉਹ ਕਿੰਨਾ ਕਿਹਦੇ ਨਾਲ ਬੈਲੈਂਸ ਹੋ ਰਿਹਾ, ਸਟੈਟਿਕ ਫ੍ਰਿਕਸ਼ਨ ਦੇ ਨਾਲ। ਜਿਹੜਾ ਆਪਾਂ ਕਿਸੇ ਇੱਕ ਬਾਡੀ ਨੂੰ ਹੌਰੀਜ਼ੋਨਟਲ ਸਰਫੇਸ ਦੇ ਉੱਪਰ ਰੱਖਿਆ ਹੋਇਆ ਸੀ ਤਾਂ ਉੱਥੇ ਜਿਹੜਾ ਸਟੈਟਿਕ ਫ੍ਰਿਕਸ਼ਨ ਐਕਟ ਕਰਦਾ ਸੀ ਉਹ ਕਿਵੇਂ ਐਕਟ ਕਰੂਗਾ, ਇਨ ਆਪੋਜ਼ਿਟ ਡਾਇਰੈਕਸ਼ਨ। ਕਿਹਦੀ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕਰੂਗਾ, ਜਿਹੜਾ ਫੋਰਸ ਆਪਾਂ ਅਪਲਾਈ ਕੀਤਾ ਹੋਇਆ। ਜੇ ਹੁਣ ਇਸ ਪੁਸ਼ ਨੂੰ, ਇਸ ਫੋਰਸ ਦੀ ਵੈਲਿਊ ਨੂੰ ਆਪਾਂ ਥੋੜ੍ਹਾ ਜਿਹਾ ਇਨਕਰੀਜ਼ ਕਰ ਦਈਏ ਤਾਂ ਬਾਡੀ ਨੇ ਕੀ ਆ, ਫਿਰ ਵੀ ਰੈਸਟ ਦੇ ਵਿੱਚ ਹੀ ਰਹਿਣਾ। ਤਾਂ ਜਿਹੜਾ ਫੋਰਸ ਆਫ ਫ੍ਰਿਕਸ਼ਨ ਲੱਗ ਰਿਹਾ ਉਹ ਤਾਂ ਇਨਕਰੀਜ਼ ਹੋ ਗਿਆ, ਬਟ ਉਹ ਫਿਰ ਕੀ ਹੈ, ਬੈਲੈਂਸ ਕਰ ਰਿਹਾ ਇਹ ਅਪਲਾਈਡ ਫੋਰਸ ਨੂੰ। ਕਿਵੇਂ ਬੈਲੈਂਸ ਕਰਤਾ, ਇਕੁਅਲ ਐਂਡ ਆਪੋਜ਼ਿਟ ਹੋ ਕੇ। ਫੋਰਸ ਆਫ ਫ੍ਰਿਕਸ਼ਨ ਹਮੇਸ਼ਾ ਹੀ ਐਡਜਸਟ ਆਪਣੇ ਆਪ ਨੂੰ ਕਰੂਗਾ, ਆਲਵੇਜ਼ ਐਡਜਸਟ ਇਟਸੈਲਫ ਇਕੁਅਲ ਟੂ ਦੀ ਅਪਲਾਈਡ ਫੋਰਸ। ਜਿਹੜਾ ਫੋਰਸ ਆਪਾਂ ਅਪਲਾਈ ਕੀਤਾ ਉਹਦੇ ਇਕੁਅਲ ਹੀ ਉਹਨੇ ਹਮੇਸ਼ਾ ਬੈਲੈਂਸ ਕਰ ਦੇਣਾ। ਫੋਰਸ ਆਫ ਫ੍ਰਿਕਸ਼ਨ ਕਦੋਂ ਪਲੇ ਦੇ ਵਿੱਚ ਆਉਂਦਾ ਕਿ ਆਪਾਂ ਨੂੰ ਨੈਸੈਸਰੀ ਆ ਕਿਸੇ ਵੀ ਬਾਡੀ ਨੂੰ ਮੂਵ ਕਰਵਾਉਣ ਦੇ ਲਈ, ਉਹਨੂੰ ਪ੍ਰੀਵੈਂਟ ਕਰਦਾ, ਉਹਨੂੰ ਰੋਕਦਾ, ਅੱਗੇ ਵਧਣ ਨਹੀਂ ਦਿੰਦਾ। ਅੱਗੇ ਵਧਣ ਤੋਂ ਉਹਨੇ ਰੋਕਣਾ ਹੈ। ਇਸੇ ਕਰਕੇ ਸਟੈਟਿਕ ਫ੍ਰਿਕਸ਼ਨ ਕੀ ਹੈ, ਆਪਣੇ ਕੋਲ ਸੈਲਫ ਐਡਜਸਟਿੰਗ ਫੋਰਸ ਆ। ਤਾਂ ਮੈਕਸਿਮਮ ਵੈਲਿਊ ਆਫ ਦੀ ਫੋਰਸ ਆਫ ਫ੍ਰਿਕਸ਼ਨ, ਫੋਰਸ ਆਫ ਫ੍ਰਿਕਸ਼ਨ ਦੀ ਮੈਕਸਿਮਮ ਵੈਲਿਊ ਜਿਹੜੀ ਆਪਣੇ ਕੋਲ ਐਕਟ ਕਰਨਾ ਸ਼ੁਰੂ ਕਰਦੀ ਆ ਜਦੋਂ ਇੱਕ ਬਾਡੀ ਨੇ ਦੂਜੀ ਬਾਡੀ ਦੇ ਸਰਫੇਸ ਦੇ ਉੱਪਰ ਸਲਾਈਡ ਕਰਨਾ ਸ਼ੁਰੂ ਕੀਤਾ। ਮਤਲਬ ਆਪਾਂ ਇਹਨੂੰ ਮੂਵ ਕਰਵਾਉਣਾ ਸ਼ੁਰੂ ਕੀਤਾ, ਬਟ ਜਿਹੜੇ ਟਾਈਮ ਦੇ ਜਿਹੜੇ ਪੁਆਇੰਟ ਦੇ ਉੱਪਰ ਉਹਨੇ ਮੂਵ ਕਰਨਾ ਸ਼ੁਰੂ ਕਰਨਾ, ਉਹੀ ਵੈਲਿਊ ਆਪਣੇ ਕੋਲ ਸਟੈਟਿਕ ਫ੍ਰਿਕਸ਼ਨ ਦੀ ਹੁੰਦੀ ਹੈ। ਨੈਕਸਟ ਹੈ ਆਪਣੇ ਕੋਲ ਜਿਹੜੀ ਲਿਮਿਟਿੰਗ ਵੈਲਿਊ ਆ ਸਟੈਟਿਕ ਫ੍ਰਿਕਸ਼ਨ ਦੀ, ਉਹ ਏਰੀਆ ਆਫ ਕੰਟੈਕਟ ਦੇ ਇੰਡੀਪੈਂਡੈਂਟ ਹੁੰਦੀ ਆ, ਉਹਦੇ ਉੱਪਰ ਡਿਪੈਂਡ ਨਹੀਂ ਕਰਦੀ। ਇਸੇ ਕਰਕੇ ਜਿਹੜਾ ਸਟੈਟਿਕ ਫ੍ਰਿਕਸ਼ਨ ਆ ਉਹ ਡਾਇਰੈਕਟਲੀ ਡਿਪੈਂਡ ਕਰਦਾ ਹੈ ਨਾਰਮਲ ਰਿਐਕਸ਼ਨ ਦੇ ਉੱਪਰ। ਤਾਂ ਐਫ ਐਸ ਮੈਕਸਿਮਮ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਨਾਰਮਲ ਰਿਐਕਸ਼ਨ। ਫਿਰ ਪ੍ਰਪੋਰਸ਼ਨੈਲਿਟੀ ਦੇ ਸਾਈਨ ਨੂੰ ਆਪਾਂ ਹਟਾ ਕੇ ਇਕੁਅਲ ਟੂ ਦਾ ਸਾਈਨ ਲਗਾਉਣਾ, ਤਾਂ ਉਹਦੇ ਨਾਲ ਇੱਕ ਕੌਨਸਟੈਂਟ ਲਗਾਉਣਾ ਪਊਗਾ। ਤਾਂ ਕੌਨਸਟੈਂਟ ਕਿਹੜਾ ਆ ਜਾਊਗਾ ਆਪਣੇ ਕੋਲੇ, ਮਿਊ ਐਸ। ਉਹ ਕਿਹਦੇ ਇਕੁਅਲ ਹੋ ਗਿਆ, ਮਿਊ ਐਸ ਆਰ। ਮਿਊ ਆਪਣੇ ਕੋਲੇ ਕੀ ਆ, ਕੋਫੀਸ਼ੀਐਂਟ ਆਫ ਸਟੈਟਿਕ ਫ੍ਰਿਕਸ਼ਨ। ਤੇ ਇਹਦੀ ਵੈਲਿਊ ਹਮੇਸ਼ਾ ਹੀ ਘੱਟ ਹੋਊਗੀ ਸਟੈਟਿਕ ਫ੍ਰਿਕਸ਼ਨ ਦੀ, ਲੈਸ ਦੈਨ ਇਕੁਅਲ ਟੂ ਮਿਊ ਐਸ ਆਰ। ਨੈਕਸਟ ਹੈ ਕਾਈਨੈਟਿਕ ਫ੍ਰਿਕਸ਼ਨ। ਹੁਣ ਸਟੈਟਿਕ ਫ੍ਰਿਕਸ਼ਨ ਕੀ ਸੀ ਕਿ ਉਸ ਬਾਡੀ ਨੇ ਮੂਵ ਕਰਨਾ ਸ਼ੁਰੂ ਕੀਤਾ, ਜਿਹੜੇ ਪੁਆਇੰਟ ਜਸਟ ਬਿਗਿਨ ਟੂ ਸਲਾਈਡ, ਕਿ ਸਲਾਈਡ ਕਰਨਾ ਜਿਹੜੇ ਪੁਆਇੰਟ ਜਸਟ ਸ਼ੁਰੂ ਕਰ ਰਿਹਾ। ਕਾਈਨੈਟਿਕ ਦੇ ਵਿੱਚ ਕੀ ਆਊਗਾ ਕਿ ਜਦੋਂ ਆਪਾਂ ਥੋੜ੍ਹਾ ਜਿਹਾ ਫੋਰਸ ਅਪਲਾਈ ਕਰ ਰਹੇ ਹਾਂ ਇੱਕ ਬਾਡੀ ਦੇ ਉੱਪਰ ਤਾਂ ਮੂਵ ਨਹੀਂ ਕਰ ਰਿਹਾ, ਬਟ ਜੇ ਆਪਾਂ ਅਪਲਾਈਡ ਫੋਰਸ ਦੀ ਵੈਲਿਊ ਲਿਮਿਟਿੰਗ ਫ੍ਰਿਕਸ਼ਨ ਦੀ ਵੈਲਿਊ ਤੋਂ ਜ਼ਿਆਦਾ ਵਧਾ ਦਈਏ ਤਾਂ ਬਾਡੀ ਨੇ ਕੀ ਕਰਨਾ, ਮੋਸ਼ਨ ਦੇ ਵਿੱਚ ਸੈੱਟ ਹੋ ਜਾਣਾ। ਤਾਂ ਫੋਰਸ ਆਫ ਫ੍ਰਿਕਸ਼ਨ ਜਿਹੜਾ ਦੋ ਸਰਫੇਸਿਸ ਦੇ ਵਿਚਕਾਰ ਲੱਗ ਰਿਹਾ ਹੈ ਉਹ ਕੀ ਹੋ ਜਾਊਗਾ, ਰਿਲੇਟਿਵ ਮੋਸ਼ਨ ਹੋਊਗਾ ਇੱਕ ਸਰਫੇਸ ਦਾ ਦੂਜੇ ਸਰਫੇਸ ਦੇ ਲਈ। ਤਾਂ ਉਹਨੂੰ ਆਪਾਂ ਕੀ ਨਾਮ ਦੇਣਾ ਹੈ, ਸਲਾਈਡਿੰਗ ਔਰ ਕਾਈਨੈਟਿਕ ਫ੍ਰਿਕਸ਼ਨ। ਇਹਨੂੰ ਆਪਾਂ ਡਿਨੋਟ ਕਰਨਾ ਐਫ ਕੇ ਦੇ ਨਾਲ, ਕੇ ਫॉर ਕਾਈਨੈਟਿਕ, ਇੱਥੇ ਸੀਗਾ ਐਸ ਫॉर ਸਟੈਟਿਕ। ਤਾਂ ਕਾਈਨੈਟਿਕ ਫ੍ਰਿਕਸ਼ਨ ਕੀ ਆ, ਅਪੋਜ਼ਿੰਗ ਫੋਰਸ ਆ, ਜਿਹੜਾ ਕਦੋਂ ਸੈਟਅਪ ਹੁੰਦਾ, ਦੋ ਸਰਫੇਸਿਸ ਦੇ ਕੰਟੈਕਟ ਦੇ ਵਿੱਚ, ਜਦੋਂ ਇੱਕ ਬਾਡੀ ਰਿਲੇਟਿਵ ਮੋਸ਼ਨ ਦੇ ਵਿੱਚ ਹੋਊਗੀ ਦੂਜੇ ਸਰਫੇਸ ਦੇ ਉੱਪਰ। ਤਾਂ ਮੇਨ ਪੁਆਇੰਟਸ ਦੇ ਵਿੱਚੋਂ ਆਪਾਂ ਕੀ ਦੇਖਦੇ ਹਾਂ ਕਿ ਕਾਈਨੈਟਿਕ ਫ੍ਰਿਕਸ਼ਨ ਆ ਸਰਫੇਸ ਦੀ ਨੇਚਰ ਦੇ ਉੱਪਰ ਡਿਪੈਂਡ ਕਰਦਾ। ਨੈਕਸਟ ਹੈ ਕਾਈਨੈਟਿਕ ਫ੍ਰਿਕਸ਼ਨ ਇੰਡੀਪੈਂਡੈਂਟ ਕਿਹਦੇ ਹੋਊਗਾ,
ਏਰੀਆ ਆਫ ਦੀ ਸਰਫੇਸਿਸ ਆਫ ਦੀ ਟੂ ਬੋਡੀਜ਼ ਕਿ ਜਿਹੜੀਆਂ ਦੋ ਬੋਡੀਜ਼ ਨੂੰ ਆਪਾਂ ਕੰਟੈਕਟ ਦੇ ਵਿੱਚ ਰੱਖਿਆ ਹੋਇਆ ਉਹਨਾਂ ਦਾ ਕਿੰਨਾ ਸਰਫੇਸ ਆ ਉਹਦੇ ਤੋਂ ਇੰਡੀਪੈਂਡੈਂਟ ਹੋ ਜਾਊ, ਕਿਉਂਕਿ ਇੱਕ ਵਾਰ ਆਪਾਂ ਨੂੰ ਮੋਸ਼ਨ ਦੇ ਵਿੱਚ ਸੈੱਟ ਕਰ ਦੇਣਾ ਤਾਂ ਉਸ ਤੋਂ ਬਾਅਦ ਈਜ਼ੀਲੀ ਆਪਾਂ ਨੂੰ ਮੂਵ ਕਰਾ ਸਕਦੇ। ਕਾਈਨੈਟਿਕ ਫ੍ਰਿਕਸ਼ਨ ਦੀ ਵੈਲਿਊ ਹਮੇਸ਼ਾ ਹੀ ਘੱਟ ਹੋਊਗੀ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਦੇ ਨਾਲੋਂ। ਹੁਣ ਜਿਵੇਂ ਆਪਾਂ ਇਸ ਡਾਇਗਰਾਮ ਦੇ ਵਿੱਚ ਦੇਖੀਏ ਕਿ ਇੱਕ ਅਪਲਾਈਡ ਫੋਰਸ ਆ, ਇੱਕ ਵੈਲਿਊ ਆਪਣੇ ਕੋਲ ਹੈਗੀ ਫੋਰਸ ਆਫ ਫ੍ਰਿਕਸ਼ਨ ਦੀ। ਹੁਣ ਜਦੋਂ ਆਪਾਂ ਬਾਡੀ ਨੂੰ ਮੂਵ ਕਰਵਾਉਣਾ ਸ਼ੁਰੂ ਕਰ ਰਹੇ ਹਾਂ ਤਾਂ ਇੱਥੇ OA ਇਹ ਵਾਲਾ ਆਪਣੇ ਕੋਲ ਇੱਕ ਸਟ੍ਰੇਟ ਲਾਈਨ ਆ ਜਿਹੜਾ ਦੋਨੋਂ ਐਕਸਿਸ ਦੇ ਉੱਪਰ ਇਨਕਲਾਈਨਡ ਆ ਤੇ ਕੀ ਸ਼ੋ ਕਰਦਾ ਸੈਲਫ ਐਡਜਸਟਿੰਗ ਨੇਚਰ ਆ ਕਿ ਉਸ ਸਰਫੇਸ ਨੇ ਆਪਣੇ ਆਪ ਨੂੰ ਐਡਜਸਟ ਕੀਤਾ ਹੋਇਆ। ਫੋਰਸ ਆਫ ਫ੍ਰਿਕਸ਼ਨ ਦੀ ਵੈਲਿਊ ਸੈਲਫ ਐਡਜਸਟਿੰਗ ਆ ਕਿ ਉਹਨੇ ਕਦੋਂ ਅਲਾਉ ਕਰਵਾਉਣਾ ਬਾਡੀ ਨੂੰ ਮੂਵ ਕਰਨ ਦੇ ਲਈ। ਹੁਣ ਜਦੋਂ ਬਾਡੀ ਰੈਸਟ ਦੇ ਉੱਪਰ ਸੀ ਉਹ ਰੈਸਟ ਦੇ ਵਿੱਚ ਰਹਿ ਰਹੀ ਆ, ਕਿੰਨਾ ਟਾਈਮ ਰੈਸਟ ਦੇ ਵਿੱਚ ਰਹੂਗੀ? ਜਿੰਨਾ ਟਾਈਮ ਜਿਹੜਾ ਆਪਾਂ ਫੋਰਸ ਅਪਲਾਈ ਕੀਤਾ ਹੋਇਆ ਉਹਦੀ ਵੈਲਿਊ OL ਤੋਂ ਨਹੀਂ ਵੱਧ ਜੂਗੀ। ਤੇ ਇਸੇ ਤਰ੍ਹਾਂ AL ਆਪਣੇ ਕੋਲ ਕੀ ਰਿਪਰੈਜ਼ੈਂਟ ਕਰੂਗਾ ਮੈਕਸਿਮਮ ਵੈਲਿਊ ਆਫ ਸਟੈਟਿਕ ਫ੍ਰਿਕਸ਼ਨ ਕਿ ਇੰਨਾ ਟਾਈਮ ਉਹ ਬਾਡੀ ਆਪਣੇ ਕੋਲ ਹੈਗੀ ਹੈ ਕਿ ਰੈਸਟ ਦੇ ਵਿੱਚ ਰਹਿ ਰਹੀ ਸੀ। ਕਿਉਂ ਰਹਿ ਰਹੀ ਸੀ? ਕਿਉਂਕਿ ਸਟੈਟਿਕ ਫ੍ਰਿਕਸ਼ਨ ਉੱਥੇ ਸੀਗਾ। ਜਦੋਂ ਆਪਾਂ ਉਸ ਵੈਲਿਊ ਨੂੰ ਕ੍ਰਾਸ ਕਰ ਦੇਣਾ ਹੈ ਤਾਂ ਮੈਕਸਿਮਮ ਵੈਲਿਊ ਆ ਜੂਗੀ ਲਿਮਿਟਿੰਗ ਫ੍ਰਿਕਸ਼ਨ ਦੀ। ਨੈਕਸਟ ਹੁਣ ਆਪਣੇ ਕੋਲ ਕੀ ਹੈ, ਜਦੋਂ ਬਾਡੀ ਨੇ ਮੂਵ ਕਰਨਾ ਸ਼ੁਰੂ ਕਰ ਦੇਣਾ ਤਾਂ ਆਪਣੇ ਕੋਲੇ ਫ੍ਰਿਕਸ਼ਨ ਦੀ ਵੈਲਿਊ ਕੀ ਡਿਕਰੀਜ਼ ਹੋ ਜੂਗੀ। ਉਹ ਕਿੰਨੀ ਆਪਣੇ ਕੋਲੇ ਫਿਰ ਡਿਕਰੀਜ਼ ਹੋ ਰਹੀ ਆ BM ਦੇ ਨਾਲ। ਤਾਂ ਇਸੇ ਕਰਕੇ ਜਿਹੜੀ ਕਾਈਨੈਟਿਕ ਫ੍ਰਿਕਸ਼ਨ ਦੀ ਵੈਲਿਊ ਉਹ ਹਮੇਸ਼ਾ ਹੀ ਘੱਟ ਹੋਊਗੀ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਦੇ ਨਾਲ। ਤੇ ਕਾਈਨੈਟਿਕ ਜਿਹੜਾ ਫ੍ਰਿਕਸ਼ਨ ਆ ਉਹ ਕਿਹਦੇ ਡਾਇਰੈਕਟਲੀ ਡਿਪੈਂਡ ਕਰਦਾ ਫਿਰ ਨਾਰਮਲ ਰਿਐਕਸ਼ਨ ਦੇ। ਫਿਰ ਪ੍ਰਪੋਰਸ਼ਨੈਲਿਟੀ ਦਾ ਸਾਈਨ ਹਟਾ ਕੇ ਕਾਂਸਟੈਂਟ ਆਫ ਪ੍ਰਪੋਰਸ਼ਨੈਲਿਟੀ μ ਲਗਾਵਾਂਗੇ। ਇਹ ਕੀ ਆ ਫਿਰ ਕੋਫੀਸ਼ੀਐਂਟ ਆਫ ਕਾਈਨੈਟਿਕ ਫ੍ਰਿਕਸ਼ਨ। ਇਹ ਕਿਹਦੇ ਉੱਪਰ ਡਿਪੈਂਡ ਕਰਦਾ ਦੋਨੋਂ ਬਾਡੀਜ਼ ਦੀ ਸਰਫੇਸ ਦੀ ਨੇਚਰ ਕਿਵੇਂ ਦੀ ਹੈ। ਨੈਕਸਟ ਹੈ ਕਿ ਜਦੋਂ ਡਾਇਰੈਕਟਿਵ ਮੋਸ਼ਨ ਸਟਾਰਟ ਹੋ ਗਿਆ ਤਾਂ ਬਾਡੀ ਦੀ ਐਕਸਲਰੇਸ਼ਨ ਕਿੰਨੀ ਆਊਗੀ। ਸੈਕੰਡ ਲਾਅ ਤਾਂ ਆਪਣੇ ਕੋਲ ਕੀ ਸੀ F = ma। ਹੁਣ ਆਪਾਂ ਕੀ ਹੈ ਕਾਈਨੈਟਿਕ ਫ੍ਰਿਕਸ਼ਨ ਵੀ ਉੱਥੇ ਲੱਗ ਰਿਹਾ ਹੈ ਤਾਂ ਆਪਾਂ ਨੈਟ ਵੈਲਿਊ ਦੇਖਣੀ ਆ ਕਿ ਫੋਰਸ ਦੀ ਵੈਲਿਊ ਕਿੰਨੀ ਆ ਰਹੀ ਆ। F ਆਪਣੇ ਕੋਲ ਕੀ ਸੀਗਾ ਅਪਲਾਈਡ ਫੋਰਸ, F ਕੇ ਆਪਣੇ ਕੋਲ ਹੈਗਾ ਕਾਈਨੈਟਿਕ ਫ੍ਰਿਕਸ਼ਨ ਦੀ ਵੈਲਿਊ। ਦੋਨੋਂ ਕੀ ਆ ਫੋਰਸ ਨੂੰ ਹੀ ਰਿਪਰੈਜ਼ੈਂਟ ਕਰਦੇ ਆ। ਜਦੋਂ ਆਪਾਂ ਦੋਨਾਂ ਨੂੰ ਮਾਈਨਸ ਕਰ ਦੇਵਾਂਗੇ ਤਾਂ ਟੋਟਲ ਵੈਲਿਊ ਫੋਰਸ ਦੀ ਆ ਜਾਊ। ma ਦੇ ਇਕੁਅਲ ਰਹਿ ਰਿਹਾ ਤਾਂ ਇੱਥੋਂ ਆਪਣੇ ਕੋਲ ਕਿਹੜੀ ਵੈਲਿਊ ਆ ਜਾਊਗੀ ਐਕਸਲਰੇਸ਼ਨ ਦੀ। ਜਦੋਂ ਬਾਡੀ ਕੌਨਸਟੈਂਟ ਵੈਲੋਸਿਟੀ ਨਾਲ ਮੂਵ ਕਰੂਗੀ ਤਾਂ ਕਾਈਨੈਟਿਕ ਫ੍ਰਿਕਸ਼ਨ ਕਿਹਦੇ ਇਕੁਅਲ ਹੋ ਜਾਊਗਾ F ਦੇ, ਕਿਉਂਕਿ ਜੇ ਕੌਨਸਟੈਂਟ ਵੈਲੋਸਿਟੀ ਦੇ ਨਾਲ ਮੂਵ ਕਰ ਰਹੀ ਆ ਤਾਂ ਐਕਸਲਰੇਸ਼ਨ ਦੀ ਵੈਲਿਊ ਹੋਗੀ 0। ਤਾਂ F - Fk/m = 0। m ਨੂੰ 0 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ ਕਿੰਨੀ ਵੈਲਿਊ ਹੋ ਜਾਊਗੀ 0। ਤਾਂ F ਕਿਹਦੇ ਇਕੁਅਲ ਆ ਗਿਆ Fk ਦੇ। ਹੁਣ ਜਿਹੜਾ ਆਪਾਂ ਫੋਰਸ ਅਪਲਾਈ ਕੀਤਾ ਹੋਇਆ ਉਹਨੂੰ ਆਪਾਂ ਰਿਮੂਵ ਕਰ ਦਈਏ ਤਾਂ ਐਕਸਲਰੇਸ਼ਨ ਦੀ ਵੈਲਿਊ ਕਿੰਨੀ ਆ ਜੂ। ਹੁਣ ਆਪਾਂ ਕੀ ਕਹਿ ਰਹੇ ਹਾਂ ਇੱਥੇ F = 0। ਤਾਂ ਇਸ ਇਕੁਏਸ਼ਨ ਦੇ ਵਿੱਚ ਆਪਾਂ F ਨੂੰ ਜੇ 0 ਪੁੱਟ ਕਰਾਂਗੇ ਤਾਂ ਕਿੰਨਾ ਹੋ ਜਾਊਗਾ 0 - Fk/m। ਤਾਂ ਰਿਜ਼ਲਟ ਕਿੰਨਾ ਆ ਗਿਆ -Fk/m। ਤਾਂ ਨੈਗੇਟਿਵ ਵੈਲਿਊ ਕੀ ਦੱਸ ਰਹੀ ਹੈ ਆਪਣੇ ਕੋਲ ਕਿ ਬਾਡੀ ਆ ਜਿਹੜੀ ਉਹਨੇ ਰੁਕ ਜਾਣਾ, ਸਟਾਪ ਹੋ ਜਾਣਾ, ਕਿਉਂਕਿ ਕਾਈਨੈਟਿਕ ਫ੍ਰਿਕਸ਼ਨ ਡਿਊ ਟੂ ਕਾਈਨੈਟਿਕ ਫ੍ਰਿਕਸ਼ਨ ਜਦੋਂ ਆਪਾਂ ਅਪਲਾਈਡ ਫੋਰਸ ਨੂੰ ਰਿਮੂਵ ਕਰਤਾ। ਨੈਕਸਟ ਹੈ ਲਾਜ਼ ਆਫ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਕਿ ਲਾਜ਼ ਕੀ ਨੇ ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਦੇ। ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਦੀ ਜਿਹੜੀ ਵੈਲਿਊ ਆ ਉਹ ਦੋਨੋਂ ਸਰਫੇਸਿਸ ਜਿਹਨੂੰ ਆਪਾਂ ਕੰਟੈਕਟ ਦੇ ਵਿੱਚ ਲੈ ਕੇ ਆਂਦਾ ਹੋਇਆ ਉਹਨਾਂ ਦੀ ਨੇਚਰ ਦੇ ਉੱਪਰ ਡਿਪੈਂਡ ਕਰਦੀ ਹੈ ਤੇ ਉਹਨਾਂ ਦੀ ਰਫਨੈਸ ਦੇ ਉੱਪਰ ਕਿ ਕਿੰਨੇ ਕੁ ਰਫ ਨੇ ਉਹ। ਨੈਕਸਟ ਹੈ ਜਿਹੜਾ ਫੋਰਸ ਆਫ ਫ੍ਰਿਕਸ਼ਨ ਆ ਉਹ ਹਮੇਸ਼ਾ ਹੀ ਟੈਂਜੈਂਸ਼ੀਅਲੀ ਐਕਟ ਕਰਦਾ, ਪੈਰਲਲ ਦੇ ਵਿੱਚ ਐਕਟ ਕਰਦਾ ਹੈ ਜਿਹੜੇ ਦੋ ਸਰਫੇਸਿਸ ਨੂੰ ਆਪਾਂ ਕੰਟੈਕਟ ਦੇ ਵਿੱਚ ਰੱਖਿਆ ਹੋਇਆ। ਤੇ ਕਿਹੜੀ ਡਾਇਰੈਕਸ਼ਨ ਦੇ ਵਿੱਚ ਇਹਨੇ ਐਕਟ ਕਰਨਾ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਐਕਟ ਕਰੂਗਾ ਜਿਹੜੀ ਡਾਇਰੈਕਸ਼ਨ ਦੇ ਵਿੱਚ ਆਪਾਂ ਫੋਰਸ ਅਪਲਾਈ ਕੀਤਾ ਹੋਇਆ। ਲਿਮਿਟਿੰਗ ਸਟੈਟਿਕ ਫ੍ਰਿਕਸ਼ਨ ਦੀ ਵੈਲਿਊ ਦੋਨੋਂ ਸਰਫੇਸਿਸ ਦੇ ਵਿਚਕਾਰ ਹਮੇਸ਼ਾ ਹੀ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦੀ ਆ ਨਾਰਮਲ ਰਿਐਕਸ਼ਨ ਦੇ। ਤਾਂ ਹੀ ਆਪਾਂ ਲਿਖਿਆ ਸੀ Fk ਕਿਹਦੇ ਪ੍ਰਪੋਰਸ਼ਨਲ ਸੀਗਾ R, Fs ਕਿਹਦੇ ਸੀਗਾ ਪ੍ਰਪੋਰਸ਼ਨਲ R। ਇਸੇ ਕਰਕੇ F ਆਪਣੇ ਕੋਲ ਕੀ ਆ ਡਾਇਰੈਕਟਲੀ ਪ੍ਰਪੋਰਸ਼ਨਲ R। ਤਾਂ ਪ੍ਰਪੋਰਸ਼ਨੈਲਿਟੀ ਦੇ ਸਾਈਨ ਨੂੰ ਹਟਾ ਕੇ ਫਿਰ ਕੌਨਸਟੈਂਟ ਕਿਹੜਾ ਲੱਗ ਜਾਊਗਾ μ ਆਪਣੇ ਕੋਲ ਕੀ ਆ ਕੋਫੀਸ਼ੀਐਂਟ ਆਫ ਸਟੈਟਿਕ ਫ੍ਰਿਕਸ਼ਨ। ਤਾਂ μ ਦੀ ਵੈਲਿਊ ਕਿੰਨੀ ਆ ਗਈ F/R। ਲਿਮਿਟਿੰਗ ਸਟੈਟਿਕ ਲਿਮਿਟਿੰਗ ਫ੍ਰਿਕਸ਼ਨ ਦੀ ਵੈਲਿਊ ਆ ਦੋ ਸਰਫੇਸਿਸ ਦੇ ਲਈ ਉਹ ਇੰਡੀਪੈਂਡੈਂਟ ਹੋਊਗੀ ਕਿ ਉਹਨਾਂ ਸਰਫੇਸਿਸ ਦੀ ਸ਼ੇਪ ਕਿਹੜੀ ਆ, ਇਹਨਾਂ ਦਾ ਏਰੀਆ ਕਿੰਨਾ ਹੈ। ਸੋ ਲੌਂਗ ਐਜ਼ ਦੀ ਨਾਰਮਲ ਰਿਐਕਸ਼ਨ ਰਿਮੇਨਸ ਦੀ ਸੇਮ, ਜਿੰਨਾ ਟਾਈਮ ਨਾਰਮਲ ਰਿਐਕਸ਼ਨ ਸੇਮ ਰਹਿ ਰਹੀ ਆ ਤਾਂ μ k ਕਿਹਦੇ ਇਕੁਅਲ ਹੋ ਗਿਆ ਫਿਰ F/R। ਥੈਂਕ ਯੂ।